नौजवान भैन का विआह होया ते वो अपने घरों भज के मस्जिद जाके वड़ गए ते मस्जिद जाके मगर 11 जाणिਆਂ ने ਉਹਦੇ ਨਾਲ रेप किया ते ਉਹਦੀ छाती ਜਿਹੜੀ ਸੀ ਉਹ ਦੰਦਾਂ ਨਾਲ ਵੱਢ ਦਿੱਤੀ, ਉਹਦੇ ਬੁੱਲ ਵੱਢ ਦਿੱਤੇ ਦੰਦਾਂ ਦੇ ਨਾਲ। ਤਾਂ ਉਹ ਫਿਰ ਨਗਨ ਉੱਥੋਂ ਭੱਜੀ। ਰਸਤੇ 'ਚ ਕੁਝ ਬੰਦੇ ਕਿਸੇ ਕੰਮ ਲਈ ਉੱਥੋਂ ਜਾ ਰਹੇ ਹਨ, ਉਹਨਾਂ ਨੇ ਉਹਨੂੰ ਆਪਣਾ ਸਾਫਾ ਤੇ ਚਾਦਰ ਦਿੱਤੀ ਉਸ ਕੁੜੀ ਨੂੰ। ਉਹ ਫਿਰ ਕਿਤੇ ਲੁੱਕ ਕੇ ਬਾਅਦ 'ਚ ਬਚੀ। ਇੱਕ 80 ਸਾਲ ਦੀ ਬਜ਼ੁਰਗ ਬੀਬੀ ਸੀ, ਉਹਦੇ ਨਾਲ ਬਲਾਤਕਾਰ ਕੀਤਾ ਗਿਆ ਉਹਦੇ ਪੁੱਤਰਾਂ ਦੇ ਤੇ ਪੋਤਰਿਆਂ ਦੇ ਸਾਹਮਣੇ। ਇੰਟੈਰੋਗੇਟ ਪਹਿਲਾਂ ਇੰਨਾ ਕੀਤਾ ਸੀ ਕਿ ਮੇਰੇ ਆ ਜਿਹੜੇ ਥਾਂ ਸਨ ਇੱਥੇ ਰੇਸ਼ਾ ਪੈ ਗਿਆ ਸੀ। ਖਾੜਕੂਆਂ ਨੂੰ ਕੁੱਟ ਪੈਂਦੀ ਸੀ, ਨਾ ਤਾਂ ਉਹ ਪਟਾ ਤੇ ਨਾ ਹੀ ਕੋਈ ਹੱਥ ਮੁੱਕੀ ਹੁੰਦੀ ਸੀ। ਡਾਂਗ ਚੱਡੇ ਪਾੜਨੇ ਤੇ ਕਰੰਟ ਲਾਉਣਾ, 3 ਵੱਡੇ ਜਿਹੜੇ ਸੀਗੇ ਤੇ ਘੋਟਾ ਲਾਉਣਾ। ਕੇਸ ਫੜ ਕੇ ਪਿੱਛੇ ਗੋਡਾ ਲਾ ਲੈਂਦੇ ਆ ਤੇ ਆਮ ਤੌਰ ਤੇ ਲੋਕਾਂ ਨੇ ਹੁੰਦਾ ਕਿ ਪੁੱਠਾ ਟੰਗਦੇ ਨੇ ਬੰਦੇ ਨੂੰ ਤੇ ਲੱਤਾਂ ਵਾਲੇ ਪਾਸੋਂ ਸ਼ਾਇਦ ਟੰਗਦੇ ਹੋਣਗੇ ਜਾਂ ਇਦਾਂ ਦੀ ਕੋਈ ਗੱਲ ਹੁੰਦੀ ਹੋਊਗੀ ਜਦੋਂ ਕਹਿੰਦੇ ਨੇ ਪੁੱਠਾ ਟੰਗਦੇ ਨੇ ਬੰਦੇ ਨੂੰ। ਪੁੱਠਾ ਟੰਗਣ ਦਾ ਜਿਹੜਾ ਤਰੀਕਾ ਹੈ ਉਹ ਆ ਜਿਹੜੀਆਂ ਦੋਵੇਂ ਇੱਥੋਂ ਬੰਨ ਲੈਣੀਆਂ, ਇੱਥੋਂ ਰੱਸਾ ਉਹਨਾਂ ਨੇ ਖਿੱਚਣਾ ਹੈ ਉੱਤੇ। ਬਾਹਾਂ ਜਿਹੜੀਆਂ ਉੱਤੇ ਨੂੰ ਨਿਕਲਦੀਆਂ ਬੰਦੇ ਦੀਆਂ, ਜਿਹਦਾ ਭਾਰ ਹੌਲਾ ਉਹਦੇ ਨਾਲ ਥੱਲੇ ਇੱਟਾਂ ਵੀ ਬੰਨ ਦਿੰਦੇ ਸੀ ਪੈਰਾਂ ਨੂੰ। ਤੇ ਜਾਂ ਫਿਰ ਇਹਨਾਂ ਨੇ ਉੱਤੇ ਬੰਦੇ ਦੇ ਬਹਿ ਜਾਣਾ, ਪਿੱਛੋਂ ਲੱਤਾਂ ਇਸ ਤਰ੍ਹਾਂ ਕਰਕੇ ਪੈਰ ਉੱਪਰ ਨੂੰ ਕਰਕੇ ਤੇ ਫਿਰ ਤਲੀਆਂ 'ਚ ਉੱਤੋਂ ਡਾਂਗਾ ਮਾਰੇ। ਉਹ ਜਿਹੜੀ ਤਲੀ 'ਚ ਡਾਂਗ ਵੱਜਦੀ ਉਹ ਸਾਰਾ ਅਸਰ ਜਿਹੜਾ ਦਿਮਾਗ ਤੇ ਸਿੱਧਾ। ਗੁਪਤ ਅੰਗਾਂ ਤੇ ਜਿਹੜਾ ਕਰੰਟ ਲਾਉਂਦੇ ਸੀ ਬੰਦੇ ਦੇ, ਉਹ ਬਹੁਤ ਜ਼ਿਆਦਾ ਹੀ ਪੇਨਫੁਲ ਹੁੰਦਾ ਸੀ। ਮੇਰੀ ਮਾਤਾ ਨੂੰ ਕਰੰਟ ਲਾਇਆ ਗਿਆ, ਮੇਰੀ ਮਾਤਾ ਦੀ 2 ਥਾਂ ਤੋਂ ਬਾਂਹ ਤੋੜ ਦਿੱਤੀ ਗਈ, ਮੇਰੀ 6 ਸਾਲ ਦੀ ਭਤੀਜੀ ਨੂੰ ਕੁੱਟਿਆ ਗਿਆ, ਸਿਰਫ 6 ਸਾਲ ਦੀ ਨੂੰ। ਮੇਰੇ ਫਾਦਰ ਨੂੰ ਰਾੜਾ ਮਾਰ ਕੇ ਕੁੱਟ ਕੇ ਤੇ ਉਹਨੂੰ ਸ਼ਹੀਦ ਕੀਤਾ ਘਿਓਰੇ ਪਿੰਡ ਦੇ ਟਿੱਬਿਆਂ 'ਚ। ਦਿੱਲੀ ਸਾਡੀ ਦੁਸ਼ਮਣ ਆ ਤੇ ਸਾਡਾ ਕੋਈ ਜਾਣਾ ਨਹੀਂ ਹੈਗਾ ਇੱਥੇ ਵੀ। ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰੀ, ਅਸੀਂ ਸਰਦਾਰ ਹਾਂ ਜੀ, ਅਸੀਂ ਸਿੱਖ ਹਾਂ, ਅਸੀਂ ਆਮ ਆ। ਵੀ ਸਾਡੀਆਂ ਕੁੜੀਆਂ ਨਾਲ ਦਿੱਲੀ ਨੇ ਜੋ ਕੀਤਾ ਆ ਵੀ ਉਹਦਾ ਕਿਤੇ ਨਾ ਕਿਤੇ ਤੇ ਉਹਦਾ ਫੈਸਲਾ ਹੋਣਾ ਹੀ ਚਾਹੀਦਾ। ਉਹ ਸਾਰਾ ਇੱਕ ਦਿਨ 'ਚ ਲੀਰੋ ਲੀਰ ਹੋ ਗਿਆ ਜਦੋਂ 1 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਆਰਮੀ ਦਾਖਲ ਹੁੰਦੀ ਹੈ ਔਰ 4 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ 3 ਗੋਲੇ ਸਵੇਰੇ ਵੱਜਦੇ ਨੇ। ਉਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਆਵਾਜ਼ ਸੀ ਕਿ ਨਹੀਂ ਰੱਖੀ ਗਈ। ਜੇ ਸੰਤ ਉੱਥੋਂ ਆ ਜਾਂਦੇ ਤੇ ਸੰਤ ਹੀ ਨਹੀਂ ਸੀ ਰਹਿਣੇ ਹੈਗੇ। ਸੰਤਾਂ ਦੀ ਜ਼ਿੰਦਗੀ 6 ਜੂਨ ਨੂੰ ਸ਼ੁਰੂ ਹੋਈ ਆ। ਸੰਤਾਂ ਦੀ ਜ਼ਿੰਦਗੀ 6 ਜੂਨ ਨੂੰ ਸ਼ੁਰੂ ਹੋਈ ਆ। ਉਹ ਸਾਡੇ 'ਚ ਜਿਉਂਦੇ ਨੇ, ਅੱਜ ਵੀ ਜਿਉਂਦੇ ਆ। ਜੇ ਉਹ ਤੋਂ ਬਾਹਰ ਆ ਜਾਂਦੇ ਤਾਂ ਸੰਤ ਮਰ ਜਾਂਦੇ। ਤੁਸੀਂ ਪਹਿਲੀ ਵਾਰੀ ਹਥਿਆਰ ਕਦੋਂ ਚੁੱਕਿਆ? ਮੈਂ ਪਹਿਲੀ ਵਾਰੀ ਹਥਿਆਰ ਚੁੱਕਿਆ ਸੀ ਜੀ 1990 ਜਨਵਰੀ ਦੇ ਵਿੱਚ। ਇੱਕ ਡੀਪੀ ਮਾਸਟਰ ਸੀਗਾ ਹਰਿਆਣੇ ਦਾ, ਉਹਨੇ 7ਵੀਂ 'ਚ ਪੜ੍ਹਦੀ ਇੱਕ ਬੇਟੀ ਨਾਲ ਰੇਪ ਕੀਤਾ ਸੀ ਤੇ ਉਹਨੂੰ ਸੋਧਣ ਦੀ ਮੇਰੀ ਡਿਊਟੀ ਲੱਗੀ। ਪਹਿਲਾ ਕੰਮ ਜਿਹੜਾ ਮੈਂ ਆਪਣੀ ਉਮਰ 'ਚ ਕੀਤਾ ਤੇ ਔਰ ਇਕੱਲੇ ਨੇ ਜਾ ਕੇ ਕੀਤਾ ਸੀਗਾ, ਉਹ ਪਹਿਲੀ ਵਾਰੀ ਮੈਂ 1990 ਸ਼ੁਰੂਆਤ ਜਦੋਂ ਜਨਵਰੀ ਫਰਵਰੀ ਦੇ ਵਿੱਚ ਉਹ ਕੰਮ ਮੇਰੇ ਜ਼ਿੰਮੇ ਲੱਗਾ ਸੀ ਤੇ ਉਹ ਮੈਂ ਕੀਤਾ ਜੀ ਪਹਿਲੀ ਵਾਰੀ। ਇਹ ਉਸ ਬੰਦੇ ਨੂੰ ਸੋਧਿਆ ਜਿਹਨੇ ਹਰਿਆਣੇ ਦੇ ਵਿੱਚ ਇੱਕ 8ਵੀਂ 'ਚ ਪੜ੍ਹਦੀ ਬੇਟੀ ਨਾਲ ਰੇਪ ਕੀਤਾ। ਤੈਅ ਕੌਣ ਕਰਦਾ ਸੀ ਕਿ ਕਿਹਦਾ ਸੌਦਾ ਲਾਉਣਾ ਹੈ ਜਾਂ ਕੋਈ ਕਾਰਜ ਦਿੱਤਾ ਜਾਂਦਾ ਸੀ? ਇਹ ਤੈਅ ਕਿਵੇਂ ਹੁੰਦਾ ਸੀ? ਤੁਹਾਡੇ ਤੱਕ ਪਹੁੰਚਦੀ ਕਿਵੇਂ ਸੀ ਗੱਲ? ਸੰਗਤ ਤੈਅ ਕਰਦੀ ਸੀ। ਸਾਡੀਆਂ ਅੱਖਾਂ, ਸਾਡੀਆਂ ਬਾਹਾਂ, ਸਾਡੀ ਸੋਚ ਜਿਹੜੀ ਉਹ ਸੰਗਤ ਸੀਗੀ। ਆਪਰੇਸ਼ਨ ਬਲੂ ਸਟਾਰ ਕੌਮ ਦੇ ਦਿਲਾਂ ਦੇ ਉੱਤੇ ਐਸੇ ਜ਼ਖਮ ਛੱਡ ਗਿਆ ਜੋ ਅੱਜ ਤੱਕ ਭਰੇ ਨਹੀਂ ਜਾ ਸਕੇ। ਉਸ ਦੀ ਕੋਈ ਮੱਲਮ ਨਹੀਂ ਬਣੀ। ਲੰਮਾ ਸਮਾਂ ਉਸ ਤੋਂ ਬਾਅਦ ਨੌਜਵਾਨਾਂ ਨੇ ਜੋ ਉਸ ਵੇਲੇ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੇਖਿਆ ਉਸ ਦੇ ਪ੍ਰਤੱਖਦਰਸ਼ੀ ਬਣੇ ਔਰ ਉਸ ਤੋਂ ਬਾਅਦ ਲਗਭਗ 15 ਸਾਲ ਕੌਮ ਨੇ ਇੱਕ ਐਸਾ ਸੰਘਰਸ਼ ਲੜਿਆ ਜਿਸ ਦੇ ਗਵਾਹ ਆਪਣੀਆਂ ਦਾਸਤਾਨਾਂ ਜਦੋਂ ਦੱਸਦੇ ਨੇ ਤਾਂ ਰੂਹ ਕੰਬਦੀ ਹੈ। ਦਰਦ ਸੀ,
ਗੁੱਸਾ ਸੀ, ਟੀਸ ਸੀ, ਪਰ ਸਭ ਤੋਂ ਵੱਡੀ ਗੱਲ ਸੀ ਕਿ ਅਕਾਲ ਤਖਤ ਸਾਹਿਬ ਢਾਏ ਜਾਣ ਤੋਂ ਬਾਅਦ ਉਹ ਤਸਵੀਰ ਜਦ ਵੀ ਕੋਈ ਦੇਖਦਾ ਸੀ ਤਾਂ ਮਨ ਕਲਪ ਉੱਠਦਾ ਸੀ। ਉਹਨਾਂ 'ਚੋਂ ਇੱਕ ਨੌਜਵਾਨ ਸੀ ਬਾਬਾ ਬਖਸ਼ੀਸ਼ ਸਿੰਘ। ਬਹੁਤ ਸਾਰੇ ਵਰਕੇ ਨੇ ਇਹਨਾਂ ਦੀ ਜ਼ਿੰਦਗੀ ਦੇ, ਕੁਛ ਇੱਕ ਅੱਜ ਫਰੋਲਾਂਗੇ। ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਆਪਰੇਸ਼ਨ ਬਲੂ ਸਟਾਰ ਵੇਲੇ ਤੁਹਾਡੀ ਉਮਰ ਕਿੰਨੀ ਸੀ? ਮੇਰੀ ਉਮਰ ਹੋਊਗੀ ਜੀ ਉਸ ਟਾਈਮ 9 ਸਾਲ ਦੀ। 9 ਸਾਲ ਦੀ ਸੁਰਤ ਸੀ ਉਦੋਂ ਜਦੋਂ ਸਭ ਕੁਝ ਹੋਇਆ? ਜ਼ਹਿਨ ਦੇ ਵਿੱਚ ਕੀ ਆਇਆ? ਇਹ ਸੁਰਤ ਸੀਗੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ, ਪਰ ਬਹੁਤ ਜ਼ਿਆਦਾ ਕਾਰਨਾਂ ਦਾ ਨਹੀਂ ਸੀ ਪਤਾ ਵੀ ਕਿਉਂ ਹੋਇਆ। ਇੰਨਾ ਪਤਾ ਸੀ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉੱਥੇ ਸ਼ਹੀਦੀਆਂ ਹੋ ਗਈਆਂ। ਮੇਰੇ ਪਿਤਾ ਜੀ ਜਿਹੜੇ ਸੀ ਉਹ ਮੈਨੂੰ ਲਗਾਤਾਰ ਦੱਸਦੇ ਰਹੇ ਇਹਦੇ ਬਾਰੇ ਵੀ ਉੱਥੇ ਦਰਬਾਰ ਸਾਹਿਬ ਤੇ ਕਿਉਂ ਤੇ ਕਿਵੇਂ ਹੋਇਆ। ਉਹਨਾਂ ਤੋਂ ਮੈਨੂੰ ਜ਼ਿਆਦਾ ਪਤਾ ਲੱਗਦਾ ਰਿਹਾ। ਬਾਕੀ ਮੇਰੀ ਉਮਰ ਘੱਟ ਸੀ। ਮੈਂ 2 ਵਾਰੀ ਸੰਤ ਜਰਨੈਲ ਸਿੰਘ ਭਿੰਡਰਾਣੇ ਦੇ ਦਰਸ਼ਨ ਕੀਤੇ ਨੇ ਕਿਸੇ ਦੇ ਨਾਲ ਜਾ ਕੇ, ਪਰ ਮੈਨੂੰ ਉਹਨਾਂ ਬਾਰੇ ਉਸ ਸਮੇਂ ਕੋਈ ਜ਼ਿਆਦਾ ਗਿਆਨ ਨਹੀਂ ਸੀ ਹੋਇਆ। ਫਿਰ ਤੁਸੀਂ ਸੰਘਰਸ਼ ਦੇ ਰਾਹ ਤੇ ਕਦੋਂ ਆਉਂਦੇ ਹੋ ਔਰ ਇਹ ਮਨ ਦੇ ਅੰਦਰ ਇਹ ਤਬਦੀਲੀ ਕਿਵੇਂ ਆਉਂਦੀ ਹੈ? ਇਹ ਤਬਦੀਲੀ ਐਵੇਂ ਆਉਂਦੀ ਹੈ ਜੀ, ਪੰਜਾਬ ਦੇ ਵਿੱਚ ਸੰਘਰਸ਼ ਸਿਖਰਾਂ ਤੇ ਚੱਲ ਜਾਂਦਾ ਤੇ ਉਸ ਸੰਘਰਸ਼ ਦੀ ਸ਼ੁਰੂਆਤ ਜਿਹੜੀ ਉਹ ਜ਼ਿਆਦਾਤਰ ਮਾਝੇ ਤੋਂ ਹੁੰਦੀ ਹੈ। ਤੇ ਮਾਝੇ ਤੋਂ ਹੁੰਦੀ ਉੱਥੋਂ ਜਿਹੜੇ ਇੱਕ ਬਾਬਾ ਮਾਨੋ ਚਾਲ ਦੇ ਨਾਲ ਜਿਹੜੇ ਸੈਕੰਡ ਉਹਨਾਂ ਦੇ ਮੁਖੀ ਸੀਗੀ ਭਾਈ ਸੁਖਵਿੰਦਰ ਸਿੰਘ ਸੰਘਾ, ਬਾਅਦ 'ਚ ਉਹਨਾਂ ਨੇ ਅਲੱਗ BTF ਸੰਘਾ ਗਰੁੱਪ ਦੇ ਨਾਂ ਤੇ ਉਹ ਜ਼ਿਆਦਾ ਉਹਨਾਂ ਦੀ ਜਥੇਬੰਦੀ ਚੱਲੀ। ਉਹ ਮਾਲਵੇ ਦੇ ਵਿੱਚ ਇੱਥੇ ਆਏ ਤਾਂ ਜਿਵੇਂ ਅਸੀਂ ਵੀ ਖੇਤਾਂ 'ਚ ਰਹਿੰਦੇ ਹਾਂ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ 'ਚੋਂ ਲੰਗਰ ਪਾਣੀ ਜਿਹੜਾ ਉਹ ਉਸ ਸਮੇਂ ਦੇ ਦੌਰਾਨ ਖਾੜਕੂ ਯੋਧੇ ਜਿਹੜੇ ਸਨ ਉਹ ਪ੍ਰਸ਼ਾਦਾ ਪਾਣੀ ਖੇਤਾਂ 'ਚੋਂ ਡੇਰਿਆਂ ਤੋਂ ਛਕਦੇ ਸੀ। ਸਾਡੇ ਕੋਲ ਵੀ ਐਵੇਂ ਹੀ ਉਹ ਆਉਂਦੇ ਰਹੇ। ਜਦ ਆਉਂਦੇ ਰਹੇ ਤੇ ਜ਼ਿਆਦਾਤਰ ਲੋਕਾਂ ਦਾ ਜਿਹੜਾ ਹੁੰਦਾ ਸੀਗਾ ਪ੍ਰਸ਼ਾਦੇ ਤੱਕ ਸੀਮਤ, ਪਰ ਮੇਰੀ ਰੁਚੀ ਦਿਨ ਬ ਦਿਨ ਉਹ ਉਹਨਾਂ ਦੇ ਨਾਲ ਵੱਧਦੀ ਗਈ। ਉਹਨਾਂ ਦੇ ਸੁਨੇਹੇ ਲਾਉਣੇ, ਉਹਨਾਂ ਨੂੰ ਛੱਡ ਕੇ ਆਉਣਾ, ਇਸ ਤਰ੍ਹਾਂ ਕਰਕੇ ਲੰਮਾ ਸਮਾਂ ਜਿਹੜਾ ਹੌਲੀ ਹੌਲੀ ਜਿਹੜਾ ਸੀਗਾ ਉਹਨਾਂ ਤੋਂ ਪਤਾ ਵੀ ਲੱਗਦਾ ਰਿਹਾ ਘਰੋਂ ਵੀ, ਤੇ ਉਮਰ ਵੀ ਵੱਧਦੀ ਗਈ। ਤਾਂ ਜਦੋਂ ਇਸ ਗੱਲ ਦਾ ਪੂਰੀ ਤਰ੍ਹਾਂ ਪਤਾ ਲੱਗਾ ਮੈਨੂੰ 1990 ਦੇ ਵਿੱਚ ਆ ਕੇ, 90 ਦੇ ਆਦਿ ਜਿਹੇ 'ਚ ਆ ਕੇ ਵੀ ਜਿਹੜਾ ਆ ਸਾਡੇ ਨਾਲ ਐਡਾ ਵੱਡਾ ਧੱਕਾ ਹੋਇਆ ਆ, ਕਿਉਂਕਿ ਸਾਡੇ ਕੋਲ ਜਿਹੜਾ ਇੱਥੇ ਸਾਕਾ ਵਾਪਰਿਆ ਸੀ ਉਹਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਨਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਮੈਂ ਮਿਲਿਆ। ਉਸ ਤੋਂ ਪਤਾ ਲੱਗਾ ਕਿ ਦੁਖਨਿਵਾਰਨ ਸਾਹਿਬ ਇੱਥੇ ਲਗਭਗ ਪੌਣੇ 500 ਦੇ ਕਰੀਬ, ਜਿਹੜਾ 500 ਦੇ ਕਰੀਬ ਬੰਦਾ ਇੱਥੇ ਜਿਹੜਾ ਕਤਲ ਕੀਤਾ ਸੀ ਆਰਮੀ ਨੇ। ਪਰ ਇੱਥੇ ਹਾਂਜੀ, ਪਰ ਇੱਥੇ 27 ਬੰਦਿਆਂ ਦਾ ਪੋਸਟਮਾਰਟਮ ਸਿਰਫ ਹੋਇਆ। ਤੇ ਇੱਥੇ ਇੱਕ ਨਾਵਲ ਸਿੰਘ ਨੇ ਜਿਨ੍ਹਾਂ ਦੇ ਬ੍ਰਦਰ ਦੀ ਇੱਥੇ ਮਤਲਬ ਕਿ ਡੈਥ ਹੋਈ, ਕਤਲ ਹੋਏ। ਉਹ ਇੱਕ ਕਮਰੇ ਦੇ ਵਿੱਚ 11 ਜਣੇ ਸਨ ਜਦੋਂ ਆਰਮੀ ਨੇ ਬਰਸਟ ਮਾਰ ਕੇ ਉਹਨਾਂ ਨੂੰ ਮਾਰਿਆ, ਤੇ ਉਹ ਇਕੱਲੇ ਹੀ 14 ਸਾਲ ਦਾ ਸੀ ਜਿਹੜਾ ਉਸ ਕਮਰੇ ਦੇ ਵਿੱਚੋਂ। ਉਹਨੂੰ ਕੁਝ ਨੇ ਕਿਹਾ ਮਾਰ ਦਿਓ ਤੇ ਕੁਝ ਨੇ ਕਿਹਾ ਛੱਡ ਦਿਓ, ਬੱਚਾ ਆ, ਉਹ ਉੱਥੋਂ ਬਚਿਆ। ਉਹਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਵਰਤਾਰਾ ਵਾਪਰਿਆ। ਫਿਰ ਇਹਨਾਂ ਨੇ ਪਿਛਲੇ ਪਾਸੇ ਇੱਕ ਕੰਧ ਤੋੜ ਕੇ ਦੁਖਨਿਵਾਰਨ ਸਾਹਿਬ ਦੀ ਉੱਥੋਂ ਲਾਸ਼ਾਂ ਕੱਢ ਕੇ, ਉਹ ਪਤਾ ਨਹੀਂ ਫਿਰ ਉਹਨਾਂ ਨੇ ਨਹਿਰ ਸੁੱਟੀਆਂ ਜਾਂ ਕਿੱਥੇ ਲੈ ਗਏ, ਇਸ ਗੱਲ ਦਾ ਕੋਈ ਪਤਾ ਨਹੀਂ। ਪਰ ਇੱਕ 100 ਮੰਜਾ ਸੀਗਾ ਤੇ 100 ਮੰਜੇ ਦੇ ਉੱਤੇ ਸਾਰੇ ਸੰਗਤ ਸੁੱਤੀ ਪਈ ਸੀ, ਤੇ ਉਸ ਤੋਂ ਬਾਅਦ ਥੱਲੇ ਦਰੀਆਂ ਤੇ ਸੁੱਤੀ ਪਈ। ਉਹਨਾਂ ਵਿੱਚੋਂ ਸਿਰਫ 15 ਕਿ 17 ਬੰਦੇ ਉਸ ਹਾਲ 'ਚੋਂ ਬਚੇ ਸਨ। ਇਹ ਅੱਖੀਂ ਵੇਖਣ ਦੀ ਉਸ ਬੰਦੇ ਦੀ ਗੱਲ। ਇਹ ਕਦੋਂ ਕੀਤਾ? ਇਹ ਜੂਨ 1984 'ਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਉਸੇ ਦਿਨਾਂ ਦੇ ਵਿੱਚ ਹੀ ਜਿਹੜਾ ਇਹ ਪੈਰਲਲ ਹਮਲਾ ਇੱਥੇ ਵੀ ਹਮਲਾ ਹੁੰਦਾ। ਦੁਖਨਿਵਾਰਨ ਸਾਹਿਬ ਪਟਿਆਲੇ ਵੀ ਹਮਲਾ ਕਰਦੀ ਹੈ ਫੌਜ, ਬਹੁਤ ਵੱਡਾ। ਇੱਥੇ ਟੈਂਕ ਵਾੜਿਆ ਸੀ ਇਹਦੇ ਵਿੱਚ ਡਿਉੜੀ ਰਾਹੀਂ। ਜਿਹੜਾ ਤੀਜਾ ਸਭ ਤੋਂ ਵੱਡਾ ਹਮਲਾ ਗੁਰੂ ਘਰਾਂ ਤੇ ਜਿਹੜਾ ਹੋਇਆ ਦੁਖਨਿਵਾਰਨ ਪਟਿਆਲੇ ਹੋਇਆ ਸੀ। ਜਿਨ੍ਹਾਂ ਦਿਨਾਂ 'ਚ, ਇਹਨਾਂ 6 ਦਿਨਾਂ 'ਚ, ਘੱਲੂਘਾਰੇ ਦੇ ਦਿਨਾਂ ਜਦੋਂ ਦਰਬਾਰ ਸਾਹਿਬ ਤੇ ਫੌਜ ਟੈਂਕ ਚਾੜੇ ਸੀ, ਉਦੋਂ ਦੁਖਨਿਵਾਰਨ ਸਾਹਿਬ ਪਟਿਆਲੇ ਵੀ ਤੁਸੀਂ ਕਹਿ ਰਹੇ ਹੋ ਕਿ ਟੈਂਕ ਚੜਿਆ। ਬਿਲਕੁਲ ਜੀ, ਬਿਲਕੁਲ 100%। ਕਿੰਨੀਆਂ ਸ਼ਹਾਦਤਾਂ ਹੋਈਆਂ ਉਦੋਂ ਇੱਥੇ ਜੀ? ਜਿਹੜਾ ਇਹਨਾਂ ਦਾ ਰਿਕਾਰਡ ਹੈ, ਜਿਹੜਾ ਇਹਨਾਂ ਨੇ ਸੰਸਕਾਰ ਕੀਤਾ ਆ, ਉਹਦਾ 27 ਬੰਦਿਆਂ ਦਾ ਕੀਤਾ ਸਿਰਫ, 27 ਬੰਦਿਆਂ ਦਾ। ਪਰ ਇੱਕੋ ਕਮਰੇ 'ਚ 11 ਬੰਦੇ ਜਿਹੜੇ ਉਹ ਮਾਰੇ ਜਾਂਦੇ ਆ। ਤੇ ਮੈਂ ਕਹਾਂਗਾ ਤੁਹਾਨੂੰ ਕਿ ਉਹ ਇਸ ਟਾਈਮ ਹੁਣ ਇੱਥੇ ਜੌਬ ਕਰਦਾ ਹੈ ਨਾਵਲ ਸਿੰਘ, ਉਹਨਾਂ ਦੀ ਵੀ ਤੁਸੀਂ ਇੰਟਰਵਿਊ ਕਰਿਓ ਕਦੇ। ਉਹ 14 ਸਾਲ ਦੇ ਸੀ ਜਦੋਂ ਉਹਨਾਂ ਦਾ ਭਰਾ 6 ਫੁੱਟ 2 ਇੰਚ ਉਹਦਾ ਕੱਦ ਸੀ, ਤੇ ਉਹ ਇਲੈਕਟ੍ਰਿਕ ਮਿਸਤਰੀ ਸੀਗਾ। ਉਹਦੀ ਇੱਥੇ ਉਹ ਕਤਲ ਹੁੰਦਾ ਹੈ ਉਹਦਾ, ਤੇ ਉਹ 11 ਬੰਦਿਆਂ ਦੇ ਵਿੱਚੋਂ ਇੱਕ ਸੀ, ਇੱਕ ਰੂਮ ਦੇ ਵਿੱਚ, ਤੇ ਬਾਕੀ ਸਾਰੇ ਰੂਮਾਂ ਦੇ ਵਿੱਚ ਲੋਕ ਭੱਜ ਕੇ ਵੜੇ ਜਦੋਂ ਆਰਮੀ ਨੇ ਇੱਥੇ ਆ ਕੇ
ਲਗਾਤਾਰ ਪਹਿਲਾਂ ਸੀਆਰਪੀਐਫ ਆਈ, ਅੰਨੇਵਾਹ ਫਾਇਰਿੰਗ ਕੀਤੀ ਅੰਨੇਵਾਹ ਫਾਇਰਿੰਗ ਜੀ, ਕੁਛ ਨਹੀਂ, ਕੋਈ ਗੱਲ ਨਹੀਂ ਉਹਨਾਂ ਨੇ ਕੀਤੀ। ਔਰ ਇੱਥੇ ਵੀ ਖੜਕੂ ਸਿੰਘ ਅੰਦਰ ਮੌਜੂਦ ਸੀ, ਕੋਈ ਹਥਿਆਰ ਸੀਗੇ? ਨਹੀਂ ਜੀ ਨਹੀਂ, ਇੱਥੇ ਤਾਂ ਇਹ ਮੈਂ ਇਹੀ ਗੱਲ ਜਿਹੜੀ ਮਹੱਤਵਪੂਰਨ ਆ ਬਹੁਤ, ਇੰਦਰਜੀਤ ਸਿੰਘ ਜੇਜੀ ਹੁਣੀ ਕੌਮ ਘਾਤੀ ਦੀ ਰਾਜਨੀਤੀ ਆਪਣੀ ਬੁੱਕ ਦੇ ਵਿੱਚ ਲਿਖਦੇ ਨੇ ਕਿ 72 ਗੁਰੂ ਘਰਾਂ ਦੇ ਵਿੱਚ ਆਰਮੀ ਦਾਖਲ ਹੋਈ ਸੀ, ਜਿਹਦੇ ਵਿੱਚੋਂ 37-38 ਗੁਰਦੁਆਰਿਆਂ ਦਾ ਨੁਕਸਾਨ ਹੋਇਆ। ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਨ ਹੋਣ ਕਰਕੇ ਇੱਥੇ ਕੁਝ ਨਿਹੰਗ ਸਿੰਘ ਜਾਂ ਆਮ ਸਾਡੇ ਪਿੰਡਾਂ ਚੋਂ ਜਿਹੜੇ ਲੋਕ ਆਉਂਦੇ ਹਨ, ਉਹ ਰਵਾਇਤੀ ਹਥਿਆਰ ਉਹਨਾਂ ਦੇ ਕੋਲ ਹੁੰਦੇ ਸੀ, ਕੋਈ ਦਨਾਲੀ, ਕਿਸੇ ਕੋਲ ਆਪਣਾ ਰਿਵਾਲਵਰ, ਉਹ ਲੋਕ ਸੀਗੇ ਜਿਹੜੇ ਇਹਨਾਂ ਨੇ ਲੋਕਾਂ ਨੂੰ ਵਿਖਾਏ ਵੀ ਆਹ ਦੇਖੋ ਇੱਥੇ ਖਾੜਕੂ ਅਸਲਾ ਲੈ ਕੇ ਬੈਠੇ ਸੀ। ਬਾਕੀ ਇੱਥੇ ਕੋਈ ਇਦਾਂ ਦਾ ਬੰਦਾ ਨਹੀਂ ਸੀ, ਕੋਈ ਅਸਲਾ ਨਹੀਂ ਸੀ, ਕੁਛ ਨਹੀਂ ਸੀ ਹੈਗਾ ਇੱਥੇ ਸਿਰਫ ਸਾਨੂੰ ਸਬਕ ਸਿਖਾਉਣ ਲਈ ਹੀ ਹਿੰਦ ਹਕੂਮਤ ਨੇ ਇੱਥੇ ਹਮਲਾ ਕੀਤਾ। ਇਹ ਤੀਜਾ ਵੱਡਾ ਹਮਲਾ ਸੀ। ਦਰਬਾਰ ਸਾਹਿਬ ਤੋਂ ਬਾਅਦ ਤਰਨਤਾਰਨ ਤੋਂ ਬਾਅਦ ਦੁਖਨਿਵਾਰਨ ਸਾਹਿਬ ਹੀ ਸੀ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰੇ ਗਏ। ਤੁਸੀਂ ਛੋਟੇ ਸੀ, ਪਰ ਤੁਹਾਨੂੰ ਜਦੋਂ ਇਹ ਪਤਾ ਲੱਗਿਆ ਬਾਅਦ ਦੇ ਵਿੱਚ ਸਾਰੇ, ਤਾਂ ਫਿਰ ਤੁਸੀਂ ਫੈਸਲਾ ਕੀਤਾ ਕਿ ਹੁਣ ਸੰਘਰਸ਼ ਦੇ ਰਾਹ ਤੇ ਜਾਣਾ ਹੈ? ਹਾਂਜੀ ਬਿਲਕੁਲ, ਇਹ ਗੱਲ ਸੀਗੀ ਕਿ ਜਦੋਂ ਇਹ ਗੱਲ ਦਾ ਪਤਾ ਲੱਗ ਗਿਆ ਚੰਗੀ ਤਰ੍ਹਾਂ ਔਰ ਉਮਰ ਵੀ ਵੱਧਦੀ ਗਈ ਕਿ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਿੰਦ ਹਕੂਮਤ ਨੇ ਹਮਲਾ ਕੀਤਾ ਆ, ਤਾਂ ਹੁਣ ਘੱਟੋ ਘੱਟ ਸਾਨੂੰ ਘਰਾਂ 'ਚ ਨਹੀਂ ਰਹਿਣਾ ਚਾਹੀਦਾ। ਜੋ ਅਸੀਂ ਕਰ ਸਕਦੇ ਹਾਂ ਸਾਨੂੰ ਉਹ ਕਰਨਾ ਚਾਹੀਦਾ ਔਰ ਅਸੀਂ ਆਪਣੇ ਜਰਨੈਲਾਂ ਦੀ ਅਗਵਾਈ ਦੇ ਵਿੱਚ ਵੀ ਕੀਤਾ। ਖੁਦ ਸਾਡੀ ਅਗਵਾਈ 'ਚ ਵੀ ਕੁਝ ਲੋਕ ਅੱਗੇ ਲੜੇ, ਜਿਵੇਂ ਜਿਵੇਂ ਉਮਰ ਵੱਧਦੀ ਗਈ ਅਸੀਂ ਆਪਣੇ ਜਰਨੈਲਾਂ ਦੀ ਅਗਵਾਈ 'ਚ ਲੜੇ, ਫਿਰ ਸਾਡੀ ਅਗਵਾਈ 'ਚ ਵੀ ਕੁਝ ਬੰਦੇ ਲੜੇ। ਇਸ ਤਰ੍ਹਾਂ ਕਰਕੇ ਇਸ ਮੂਵਮੈਂਟ ਦੇ ਵਿੱਚ ਜਿਹੜਾ ਮੁੱਖ ਕਾਰਨ ਇਹੀ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ। ਮੁੱਖ ਕਾਰਨ ਸਾਡਾ ਮੂਵਮੈਂਟ 'ਚ ਆਉਣ ਦਾ ਇਹੀ ਸੀ। ਹੋਰ ਸਾਡੀ ਮੇਰੀ ਜ਼ਿੰਦਗੀ ਦੇ ਵਿੱਚ ਦੋ ਵੱਡੇ ਕਾਰਨ ਸਨ, ਇੱਕ ਦਰਬਾਰ ਸਾਹਿਬ ਉੱਤੇ ਹਮਲਾ ਤੇ ਇੱਕ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ। ਉਹ ਇੱਕ ਲਹੂ ਦੇ ਝਬੱਚੇ ਇੱਕ ਬੁੱਕ ਸੀਗੀ, ਅਜੀਤ ਕੌਰ ਸ਼ਾਇਦ ਉਹਨਾਂ ਨੇ ਲਿਖੀ ਸੀ। ਉਹ ਬੁੱਕ ਪੜ੍ਹ ਕੇ ਮੈਂ ਤੇ ਮੇਰੇ ਮਨ 'ਚ ਸੀ ਕਿ ਦਿੱਲੀ ਨਾਲ ਦੋ ਹੱਥ ਜ਼ਰੂਰ ਕਰਨੇ ਨੇ। ਇੱਕ ਆਮ ਬੱਚਿਆਂ ਨਾਲੋਂ ਮੈਂ ਵੱਧ ਰੁਚੀ ਸੀਗੀ ਮੇਰੀ ਇਸ ਪਾਸੇ, ਤੇਜ਼ ਤਰਾਰ ਸੀਗਾ ਮੈਂ ਤਾਂ। ਛੋਟੇ ਹੁੰਦਿਆਂ ਹੀ ਜ਼ਿਆਦਾ ਐਡਵਾਂਸ ਹੁੰਦੇ ਨੇ ਕਈ ਬੱਚੇ, ਉਹਨਾਂ ਵਿੱਚੋਂ ਮੈਂ ਇੱਕ ਸੀਗਾ। ਤੇ ਮੈਨੂੰ ਇੱਕੋ ਹੀ ਸੀ ਗੱਲ ਕਿ ਦਿੱਲੀ ਨੇ ਸਾਡੀਆਂ ਜਿਹੜੀਆਂ ਲਾਸ਼ਾਂ ਸਨ ਸਾਡੇ ਬੱਚਿਆਂ ਦੀਆਂ, ਇੱਕ ਉਹਦੇ 'ਚ ਲੇਖ ਸੀਗਾ ਕਿ ਸਾਡੀ ਇੱਕ ਨੌਜਵਾਨ ਭੈਣ ਦਾ ਵਿਆਹ ਹੋਇਆ ਤੇ ਉਹ ਆਪਣੇ ਘਰੋਂ ਭੱਜ ਕੇ ਮਸਜਿਦ ਜਾ ਕੇ ਵੜ ਗਈ ਤੇ ਮਸਜਿਦ ਹੀ ਜਾ ਕੇ ਮਗਰ 11 ਜਣਿਆਂ ਨੇ ਉਹਦੇ ਨਾਲ ਰੇਪ ਕੀਤਾ ਤੇ ਉਹਦੀ ਛਾਤੀ ਜਿਹੜੀ ਸੀ ਉਹ ਦੰਦਾਂ ਨਾਲ ਵੱਢ ਦਿੱਤੀ, ਉਹਦੇ ਬੁੱਲ ਵੱਢ ਦਿੱਤੇ ਦੰਦਾਂ ਦੇ ਨਾਲ। ਇਹ ਉਸ ਬੁੱਕ ਦੇ ਵਿੱਚ ਬਾਈ ਡੇਟ ਅੰਕਿਤ ਕੀਤਾ ਹੋਇਆ। ਤਾਂ ਉਹ ਫਿਰ ਨਗਨ ਉੱਥੋਂ ਭੱਜੀ, ਰਸਤੇ 'ਚੋਂ ਕੁਝ ਬੰਦੇ ਕਿਸੇ ਕੰਮ ਲਈ ਉੱਥੋਂ ਜਾ ਰਹੇ ਹਨ, ਉਹਨਾਂ ਨੇ ਉਹਨੂੰ ਆਪਣਾ ਸਾਫਾ ਤੇ ਚਾਦਰ ਦਿੱਤੀ ਉਸ ਕੁੜੀ ਨੂੰ। ਉਹ ਫਿਰ ਕਿਤੇ ਲੁੱਕ ਕੇ ਬਾਅਦ 'ਚ ਬਚੀ। ਫਿਰ ਉਹ ਬੇਟੀ ਜਿਹੜੀ ਸੀ ਉਹਦੇ ਤੇ ਹੋਰ ਲੋਕਾਂ ਦੇ ਜਿਹੜੇ 'ਚ ਬਿਆਨ ਦਰਜ ਸਨ ਕਿ ਇੱਕ 80 ਸਾਲ ਦੀ ਬਜ਼ੁਰਗ ਬੀਬੀ ਸੀ, ਉਹਦੇ ਨਾਲ ਬਲਾਤਕਾਰ ਕੀਤਾ ਗਿਆ ਉਹਦੇ ਪੁੱਤਰਾਂ ਦੇ ਤੇ ਪੋਤਰਿਆਂ ਦੇ ਸਾਹਮਣੇ, ਤੇ ਉਸ ਬੀਬੀ ਦੇ ਅੱਖਾਂ ਦੇ ਸਾਹਮਣੇ ਉਹਦੇ ਪੋਤਰੇ ਤੇ ਉਹਦੀਆਂ ਧੀਆਂ ਤੇ ਨੂੰਹਾਂ ਨੂੰ ਅੱਗ ਲਾ ਕੇ ਤੇ ਸਾੜਿਆ ਗਿਆ ਉਹਦੇ ਸਾਹਮਣੇ। ਇਹ ਮੰਜ਼ਰ ਉਹਦੇ ਵਿੱਚ ਅੰਕਿਤ ਸੀਗਾ। ਉਹ ਸਾਰੀਆਂ ਗੱਲਾਂ ਨੇ ਇਹ ਗੱਲ ਮਨ 'ਚ ਹੋ ਗਈ ਵੀ ਨਹੀਂ, ਦਿੱਲੀ ਸਾਡੀ ਦੁਸ਼ਮਣ ਆ ਤੇ ਸਾਡਾ ਕੋਈ ਜਾਣਾ ਨਹੀਂ ਹੈਗਾ ਇੱਥੇ ਵੀ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰੀ, ਅਸੀਂ ਸਰਦਾਰ ਹਾਂ ਜੀ, ਅਸੀਂ ਸਿੱਖ ਹਾਂ, ਅਸੀਂ ਆਮ ਆ, ਵੀ ਸਾਡੀਆਂ ਕੁੜੀਆਂ ਨਾਲ ਦਿੱਲੀ ਨੇ ਜੋ ਕੀਤਾ ਆ ਵੀ ਉਹਦਾ ਕਿਤੇ ਨਾ ਕਿਤੇ ਤੇ ਉਹਦਾ ਫੈਸਲਾ ਹੋਣਾ ਹੀ ਚਾਹੀਦਾ। ਬਦਲੇ ਦੀ ਭਾਵਨਾ ਸੀ, ਬਦਲੇ ਦੀ ਭਾਵਨਾ ਕਹਿ ਲਓ, ਜਾਂ ਤੁਸੀਂ ਇਹ ਨਹੀਂ ਗੱਲ ਹੈਗੀ ਕਿ ਬਦਲੇ ਜਿਹੜਾ ਜ਼ੁਲਮ ਹੋਇਆ ਸੀਗਾ ਤੇ ਜਿਹੜੀ ਸਿੱਖ ਹਿਸਟਰੀ ਆ ਸਾਡੀ, ਜਾਂ ਉਸ ਸਮੇਂ ਜਿਹੜੀ ਮਨ 'ਚ ਗੱਲ ਸੀ ਵੀ ਗੁਰੂ ਸਾਹਿਬ, ਮੇਰੇ ਫਾਦਰ ਜਿਹੜੇ ਸਨ ਉਹ ਆਰਮੀ ਸੀਗੇ ਤੇ ਇਤਿਹਾਸ ਉਹ ਸੁਣਾਉਂਦੇ ਹੁੰਦੇ ਸੀ ਗੁਰੂ ਸਾਹਿਬ ਦਾ, ਤੇ ਮਹਾਰਾਜ ਨੇ ਵਾਰ-ਵਾਰ ਉਹਨਾਂ ਨੇ ਕਹਿਣਾ ਕਿ ਖਾਲਸੇ ਦਾ ਇੱਕੋ ਹੀ ਕਦੇ ਜ਼ੁਲਮ ਦੇ ਜ਼ਾਲਮ ਨਾਲ ਨਹੀਂ, ਜ਼ੁਲਮ ਨਾਲ ਲੜਨਾ ਆ। ਤਾਂ ਉਹਦੇ ਵਿੱਚ ਇਹ ਸੀਗਾ, ਕੱਲਾ ਇਹ ਨਹੀਂ ਸੀ ਵੀ ਇੱਕ ਸਾਡੇ ਨਾਲ ਜੋ ਹੈ ਅਸੀਂ ਬਦਲੇ ਦਾ ਮਤਲਬ ਇਹ ਹੁੰਦਾ ਵੀ ਜੋ ਕਿਸੇ ਨੇ ਸਾਡੇ ਨਾਲ ਕੀਤਾ ਅਸੀਂ ਵੀ ਉਹੀ ਕਰਨਾ ਹੈ। ਤਾਂ ਜੋ ਸਾਡੇ ਨਾਲ ਹੋਇਆ ਉਹ ਗੱਲ ਤਾਂ ਸਿੱਖ ਕੌਮ ਨੇ ਕਦੀ ਵੀ ਨਹੀਂ ਕੀਤੀ ਹੈਗੀ ਕਿ ਜੋ ਸਾਡੇ ਨਾਲ ਉਹਨੇ ਕੀਤਾ ਅਸੀਂ ਕਿਸੇ ਦੇ ਪਰਿਵਾਰ ਨੂੰ ਨਹੀਂ ਛੇੜਿਆ। ਅਸੀਂ ਜਿਹੜੇ ਜ਼ਾਲਮ ਲੋਕ ਸਨ, ਜਿਹੜੇ ਜ਼ੁਲਮ ਕਰਨ ਵਾਲੇ ਲੋਕ ਸਨ, ਉਹਨਾਂ ਨੂੰ ਹੀ ਟੱਕਰ ਦਿੱਤੀ ਆ ਨਾ। ਇੰਦਰਾ ਗਾਂਧੀ ਮਾਰ ਦਿੱਤੀ ਗਈ ਸੀ, ਜਰਨਲ ਵੈਦਿਆ ਮਾਰ ਦਿੱਤਾ ਗਿਆ ਸੀ, ਬਦਲਾ ਲੈਣਾ ਕਿਸ ਤੋਂ ਸੀ? ਜਦੋਂ ਤੁਸੀਂ ਕਹਿ ਰਹੇ ਸੀ ਦਿੱਲੀ ਤੋਂ ਲੈਣਾ ਹੈ, ਤਾਂ ਦਿੱਲੀ ਦਾ ਮਤਲਬ ਕੀ ਸੀ? ਦਿੱਲੀ ਨਾ ਤਾਂ ਦਿੱਲੀ ਇੰਦਰਾ ਸੀ ਤਾਂ ਨਾ ਦਿੱਲੀ ਵੈਦਿਆ ਆ। ਦਿੱਲੀ ਇੱਕ ਸਟੇਟ ਆ, ਸਮੂਹ ਆ, ਤੇ ਜਿੰਨੀ ਵੀ ਮਸ਼ੀਨਰੀ ਹੈ
ਚਾਹੇ ਉਹ ਪ੍ਰੈਸ ਹੈ, ਚਾਹੇ ਉਹ ਥਾਣੇ ਨੇ, ਚਾਹੇ ਉਹ ਅਦਾਲਤਾਂ ਨੇ, ਚਾਹੇ ਉਹ ਜਿੰਨੀ ਵੀ ਸਿਸਟਮ ਜਿਹੜਾ ਚੱਲ ਰਿਹਾ ਉਹਨੂੰ ਇੱਕ ਸਟੇਟ ਕਹਿੰਦੇ ਨੇ, ਉਹ ਸਟੇਟ ਸਿਸਟਮ ਹੈ ਇੱਕ। ਉਹ ਸਿਸਟਮ ਨੇ ਸਾਡੇ ਤੇ ਹਮਲਾ ਕੀਤਾ। ਉਹਦੀ ਜਗ੍ਹਾ, ਇੰਦਰਾ ਦੀ ਜਗ੍ਹਾ ਚਾਹੇ ਵਾਜਪਾਈ ਹੁੰਦਾ ਤਾਂ ਵੀ ਹਮਲਾ ਹੋਣਾ ਸੀ ਸਾਡੇ ਤੇ। ਮੇਰਾ ਇਹ ਮੰਨਣਾ ਆ ਕਿ ਸਟੇਟ ਨੇ ਸਾਨੂੰ ਨਿਸ਼ਾਨਾ ਬਣਾਉਣਾ ਹੀ ਬਣਾਉਣਾ ਸੀ। ਉਹਦੀ ਇਹ ਏਜੰਡੇ ਸੀਗੇ ਅਸੀਂ ਕਿ ਇਹਨਾਂ ਨੂੰ ਸਬਕ ਸਿਖਾਉਣਾ ਆ, ਤੇ ਉਹ ਸਾਨੂੰ ਸਬਕ ਸਿਖਾਉਣ ਲਈ ਸਾਡੇ ਨਾਲ ਇਹ ਵੱਡਾ ਜ਼ੁਲਮ ਹੋਇਆ। ਕਿਉਂਕਿ ਚਾਣਚੱਕ ਜਿਹੜਾ ਕਿਸੇ ਤੇ ਹਮਲਾ ਹੁੰਦਾ ਉਹਦੀ ਇੱਦਾਂ ਦੀ ਵਿਉਂਤਬੰਦੀ ਨਹੀਂ ਹੁੰਦੀ। ਜਿਸ ਤਰੀਕੇ ਨਾਲ ਸਾਡੇ ਤੇ ਹਮਲਾ ਹੋਇਆ, ਜਿਸ ਤਰੀਕੇ ਨਾਲ ਸਾਡੇ ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ, ਜਿਸ ਤਰੀਕੇ ਨਾਲ ਸਾਡੇ ਘਰਾਂ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਪਾਊਡਰ, ਅਲੱਗ-ਅਲੱਗ ਤਰ੍ਹਾਂ ਦੇ ਹਥਿਆਰ, ਅਲੱਗ-ਅਲੱਗ ਤਰ੍ਹਾਂ ਦੇ ਬੋਤਲ ਬੰਬ ਜਾਂ ਇਹ ਜਿਹੜਾ ਸਾਰਾ ਸਮਾਨ ਸੀਗਾ ਪ੍ਰੋਵਾਈਡ ਕੀਤਾ ਟੋਟਲੀ, ਉਹ ਇਕੱਲੇ ਅਰੁਣ ਕੁਮਾਰ ਵੈਦਿਆ ਨੇ ਤੇ ਕੀਤਾ ਨਹੀਂ ਸੀਗਾ। ਉਹ ਟੋਟਲ ਇੱਕ ਸਮੂਹ ਸੀਗਾ ਉਹ ਸਟੇਟ ਦਾ, ਤੇ ਜਿਨ੍ਹਾਂ ਨੇ ਸਾਡੇ ਨਾਲ ਇਹ ਸਾਰਾ ਕੁਝ ਕੀਤਾ। ਉਹ ਕੱਲੀ ਇੰਦਰਾ ਦੀ ਗੱਲ ਨਹੀਂ ਹੈਗੀ। ਉਹ ਤੁਸੀਂ ਬਾਅਦ 'ਚ ਬੜਾ ਕੁਝ ਪੜ੍ਹਿਆ ਵੀ ਹੋਣਾ ਆ ਕਿ LK ਅਡਵਾਨੀ ਆਪਣੀ ਬੁੱਕ ਮਾਈ ਕੰਟਰੀ ਮਾਈ ਲਾਈਫ 'ਚ ਲਿਖਦੇ ਨੇ ਕਿ ਅਸੀਂ ਫੋਰਸ ਕਰਦੇ ਰਹੇ ਹਾਂ ਔਰ ਇਹ ਹਮਲਾ 6 ਮਹੀਨੇ ਲੇਟ ਹੋਇਆ ਆ। ਤਾਂ ਇਹ ਗੱਲ ਵੀ ਸਾਬਤ ਕਰਦਾ ਕਿ ਕੀ ਸੰਤ ਜਰਨੈਲ ਸਿੰਘ ਕਰਕੇ ਹੀ ਹਮਲਾ ਹੋਇਆ, ਫਿਰ 6 ਮਹੀਨੇ ਪਹਿਲਾਂ ਹਮਲਾ ਕਿਉਂ ਹੋਣਾ ਸੀਗਾ। ਸੋ ਇਹ ਗੱਲ ਕੱਲੀ ਅਰੁਣ ਕੁਮਾਰ ਵੈਦਿਆ ਜਾਂ ਲਲਿਤ ਮਾਕਣ ਜਾਂ ਉਹਨਾਂ ਬੰਦਿਆਂ ਦੀ ਨਹੀਂ ਹੈਗੀ। ਸਟੇਟ ਨੇ ਸਾਡੇ ਨਾਲ ਕੀਤਾ ਸੀ, ਤੇ ਅਸੀਂ ਸਟੇਟ ਨੂੰ ਸਬਕ ਸਿਖਾਉਣ ਲਈ ਉਹਦੀ ਹਰ ਇੱਕ ਟਾਹਣੀ ਛੇੜਨਾ ਚਾਹੁੰਦੇ ਹਾਂ ਜਿੱਥੋਂ ਵੀ ਉਹਨੂੰ ਦਰਦ ਹੁੰਦਾ। ਤਾਂ ਉਹਦੇ ਲਈ ਜਿਹੜੀਆਂ ਸਾਡੀਆਂ ਵਿਉਂਤਬੰਦੀਆਂ ਨੇ ਉਹ ਸਾਡੇ ਜਰਨੈਲਾਂ ਨੇ ਉਦੋਂ ਕੀਤੀਆਂ ਨੇ। ਅਸੀਂ ਉਹਦੇ ਸਿਪਾਹੀ ਵਾਂਗੂ ਇਹ 'ਚ ਕੰਮ ਕੀਤਾ, ਔਰ ਜੋ ਅਸੀਂ ਕੀਤਾ ਆ ਉਹਦਾ ਸਾਨੂੰ ਭੋਰਾ ਵੀ ਕਦੀ ਅਫਸੋਸ ਨਹੀਂ ਹੋਇਆ ਅੱਜ ਤੱਕ ਕਿ ਅਸੀਂ ਆਪਣੀ ਕੌਮ ਲਈ ਦਿੱਲੀ ਨਾਲ ਲੜੇ ਹਾਂ। ਦਿੱਲੀ ਨੇ ਸਾਡੇ ਖੱਟਿਆ ਕੁਛ ਉਹਦੇ 'ਚੋਂ? ਹਾਂ, ਇਹ ਸਵਾਲ ਬਹੁਤ ਜ਼ਰੂਰੀ ਵੀ ਆ ਤੇ ਲੋਕਾਂ ਨੂੰ ਦੱਸਣਾ ਵੀ ਜ਼ਰੂਰੀ, ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਵੀ ਜੰਗ ਹੁੰਦੀ ਆ, ਜਿਹਨੂੰ ਧਰਮ ਦੀ ਜੰਗ ਕਿਹਾ ਜਾਂਦਾ, ਜਿਹਨੂੰ ਜ਼ੁਲਮ ਦੇ ਖਿਲਾਫ ਕੋਈ ਜੰਗ ਲੜੀ ਜਾਂਦੀ, ਜਿਹੜੀ ਸਿੱਖਾਂ ਵੱਲੋਂ ਅੱਜ ਤੱਕ ਜੰਗ ਲੜੀ ਗਈ ਆ, ਜਾਂ ਜਿਹੜੇ ਇਹ ਮੋਰਚੇ ਲਾਏ ਜਾਂਦੇ ਨੇ, ਹਰ ਇੱਕ ਵਣਜ ਦੇ ਵਿੱਚ ਦੁਨਿਆਵੀ ਤਰੀਕੇ ਨਾਲ ਕੈਲਕੂਲੇਟ ਹੁੰਦਾ ਆ। ਪਰ ਜਿਹੜੀਆਂ ਧਰਮ ਦੀਆਂ ਜੰਗਾਂ ਨੇ ਇਹਨਾਂ ਵਿੱਚ ਕਦੀ ਇਦਾਂ ਦਾ ਕੈਲਕੂਲੇਟ ਨਹੀਂ ਹੁੰਦਾ ਕਿ ਤੁਸੀਂ ਖੱਟਿਆ ਕੀ ਆ। ਖੱਟਿਆ ਸੀ ਇਹ ਆ ਕਿ ਇਸ ਸਟੇਟ ਦੇ ਨਾਲ ਜਿਹੜਾ ਖਾਸ ਇੱਕ ਭਾਈਚਾਰੇ ਨੂੰ ਭਰਮ ਸੀਗਾ, ਉਹ ਭਰਮ ਨਾ ਤਾਂ ਸਾਡੇ ਕਿਆਂ ਟੁੱਟਣਾ ਸੀ, ਨਾ ਸੰਤ ਜਰਨੈਲ ਸਿੰਘ ਦੇ ਕਿਆਂ ਟੁੱਟਣਾ ਸੀ ਵੀ ਤੁਸੀਂ ਗੁਲਾਮ ਹੋ। ਇਹ ਭਰਮ ਟੁੱਟਾ ਹੀ ਉਦੋਂ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਆ, ਤਾਂ ਲੋਕਾਂ ਨੂੰ ਇੱਕਦਮ ਸਮਝ ਆਈ ਇਹ ਵੀ ਵਾਕਈ ਅਸੀਂ ਕਿਸੇ ਹੋਰ ਮੁਲਕ 'ਚ ਰਹਿ ਰਹੇ ਹਾਂ, ਸਾਡਾ ਮੁਲਕ ਨਹੀਂ ਹੈਗਾ। ਉੱਥੋਂ ਹੀ ਸਾਨੂੰ ਇਸ ਗੱਲ ਦਾ ਪਤਾ ਲੱਗਾ। ਤਾਂ ਜਦ ਤੁਹਾਡੇ ਦਰਬਾਰ ਦੇ ਉੱਤੇ, ਤੁਹਾਡੇ ਕੇਂਦਰ ਤੇ ਧਾਰਮਿਕ ਸਥਾਨ ਤੇ ਲੋਕਾਂ ਦੀ ਅਣਖ, ਇੱਜ਼ਤ, ਆਬਰੂ ਹੀ ਸਲਾਮਤ ਨਹੀਂ ਰਹੀ ਹੈਗੀ, ਫਿਰ ਉੱਥੇ ਤੁਹਾਡੀਆਂ ਜ਼ਮੀਨਾਂ, ਜਾਇਦਾਦਾਂ, ਪੈਸਾ ਜਾਂ ਖੱਟਣ ਦੀ ਗੱਲ ਜਿਹੜੀ ਆ ਉਹ ਬਹੁਤ ਇੱਕ ਪਾਸੇ ਰਹਿ ਜਾਂਦੀ। ਕਿਉਂਕਿ ਸੰਘਰਸ਼ਾਂ ਦੇ ਵਿੱਚ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਤੋਂ ਚੱਲਦੇ ਨੇ, ਜੋ ਖੱਟਣ ਦੀ ਗੱਲ ਕਰਦੇ ਤਾਂ ਉੱਥੇ ਪ੍ਰਸ਼ਾਦੀ ਹਾਥੀ ਜਿਹੜੇ ਤੀਰ ਚੁੱਕ ਕੇ ਲਿਆਉਂਦੇ ਸੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤੇ ਕਿੱਥੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਇਹ ਕਹਿ ਕੇ ਰਵਾਨਾ ਕਰ ਦੇਣਾ ਕਿ ਇਹ ਮੁਸੀਬਤ ਸਾਡੇ ਘਰ ਆ ਗਈ ਆ। ਸੰਘਰਸ਼ ਐਵੇਂ ਦੇ ਹੁੰਦੇ ਨੇ। ਸੰਘਰਸ਼ਾਂ ਦੇ ਵਿੱਚ ਜਿੱਤਾਂ ਜਾਂ ਹਾਰਾਂ ਮਾਇਨੇ ਨਹੀਂ ਰੱਖਦੀਆਂ, ਮਾਇਨੇ ਇਹ ਗੱਲ ਰੱਖਦੀ ਆ ਕਿ ਤੁਸੀਂ ਜੰਗ ਲੜੀ ਕਿਵੇਂ ਆ, ਕਿਸ ਜਜ਼ਬੇ ਨਾਲ ਲੜੀ ਹੈ, ਤੇ ਅੱਜ ਤੁਸੀਂ ਖੜੇ ਕਿੱਥੇ ਹੋ। ਇਹਦੇ ਵਿੱਚ ਇਹ ਪਾਉਣ ਨੂੰ ਕੁਛ ਨਹੀਂ ਹੁੰਦਾ, ਕਿਉਂਕਿ ਸਭ ਕੁਝ ਉਸ ਅਕਾਲ ਪੁਰਖ ਦਾ ਆ। ਮਹਿਲ ਮਾੜੀਆਂ ਅਟਾਰੀਆਂ, ਸਾਡਾ ਜੀਵਨ ਸਭ ਕੁਝ ਉਸ ਰੱਬ ਦਾ ਆ। ਫਿਰ ਇਹਦੇ ਵਿੱਚ ਇਦਾਂ ਦਾ ਕੋਈ ਵਣਜ ਨਹੀਂ। ਇਹਦੇ ਵਿੱਚ ਤਾਂ ਇਹ ਆ ਕਿ ਜਦ ਸਾਡੇ ਗੁਰੂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਆ, ਵੱਡਿਆਂ ਦੀ ਹੁੰਦੀ ਆ, ਤਾਂ ਉੱਥੋਂ ਉਹ ਕਹਿੰਦੇ ਨੇ ਕਿ ਮੈਂ ਤੇਰਾ ਕਰਜ਼ਦਾਰ ਸੀ, ਲੈ ਕਿਸ਼ਤਾਂ 'ਚ ਤੇਰਾ ਕਰਜ਼ਾ ਮੋੜ ਦਿੱਤਾ ਆ। ਸੋ ਇਹ ਉਵੇਂ ਦੀ ਇੱਕ ਜੰਗ ਆ। ਇਹਦੇ ਵਿੱਚ ਖੱਟਣ ਨੂੰ ਕੁਝ ਨਹੀਂ। ਖੱਟਣ ਨੂੰ ਇਹੀ ਆ ਕਿ ਅਸੀਂ ਆਪਣੀ ਕੌਮ ਦੇ ਮਨਾਂ ਦੇ ਵਿੱਚ ਇਹ ਗੱਲ ਦੱਸਣ 'ਚ ਕਾਮਯਾਬ ਹੋਏ ਹਾਂ ਕਿ ਤੁਸੀਂ ਇੱਥੇ ਗੁਲਾਮੀ 'ਚੋਂ, ਤੁਸੀਂ ਇਸ ਕੰਟਰੀ, ਇਹ ਤੁਹਾਡਾ ਮੁਲਕ ਨਹੀਂ ਹੈਗਾ। ਇਹ ਗੱਲ ਦੱਸਣ 'ਚ ਇਹ ਸਾਡੀ ਕਮਾਈ ਆ ਕਿ ਅਸੀਂ ਅੱਜ ਜਿਹੜੇ ਘੱਲੂਘਾਰਿਆਂ ਦੀ ਯਾਦ ਜਿਹੜੇ ਮਨਾਉਣ ਡਏ ਆ, ਜਾਂ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਨੇ ਜੋ ਸਾਨੂੰ ਦਿੱਤਾ ਆ, ਉਹ ਬਹੁਤ ਵੱਡਾ ਸਰਮਾਇਆ ਆ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਇਹ ਕੰਟਰੀ ਹੁੱਬ ਕੇ ਕਹਿੰਦੀ ਸੀ ਕਿ ਅਸੀਂ ਸੈਕੂਲਰ ਹਾਂ, ਜਾਂ ਇਹ ਸਾਡਾ ਭਾਈਚਾਰਾ ਆ, ਜਾਂ ਸਾਡੇ ਵੱਡਿਆਂ ਨੇ ਇੱਕ ਫੇਥ ਕੀਤਾ ਇਸ ਝੰਡੇ ਦੇ ਉੱਤੇ, ਉਹ ਸਾਰਾ ਇੱਕ ਦਿਨ 'ਚ ਲੀਰੋ ਲੀਰ ਹੋ ਗਿਆ ਜਦੋਂ 1 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਆਰਮੀ ਦਾਖਲ ਹੁੰਦੀ ਹੈ, ਔਰ 4 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ 3 ਗੋਲੇ ਸਵੇਰੇ ਵੱਜਦੇ ਨੇ। ਉਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਆਵਾਜ਼ ਸੀ ਕਿ ਨਹੀਂ ਰੱਖੀ ਗਈ, ਕਿ ਉਦੋਂ ਪਹਿਲਾਂ ਸਾਨੂੰ ਕਿਤੇ ਨਾ ਕਿਤੇ ਇਹ ਸੀਗਾ ਕਿ ਸਾਡੇ ਹੱਕ ਸਾਨੂੰ ਚਾਹੀਦੇ ਨੇ, ਅਸੀਂ ਮਹਿਫੂਜ਼ ਰਹਿ ਸਕਦੇ ਹਾਂ। ਉਦੋਂ ਤੱਕ 26 ਮਹੀਨਿਆਂ ਦੀ ਇਹ ਲੜਾਈ ਸੀ ਧਰਮ ਯੁੱਧ ਮੋਰਚੇ ਤੋਂ। 4 ਅਗਸਤ 1982 ਨੂੰ ਮੋਰਚਾ ਲੱਗਦਾ ਤੇ
6 ਜੂਨ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ, ਸੰਤਾਂ ਦੀ ਸ਼ਹਾਦਤ ਹੁੰਦੀ ਆ। 26 ਮਹੀਨਿਆਂ ਦੀ ਜਿਹੜੀ ਸ਼ਾਂਤਮਈ ਲੜਾਈ ਚੱਲਦਿਆਂ ਤੇ ਸੰਤਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਸਾਥੀਆਂ ਸਮੇਤ ਉਹ ਸ਼ਹਾਦਤ ਪਾ ਕੇ ਘੱਟੋ ਘੱਟ ਆਪਣੀ ਕੌਮ ਨੂੰ ਦੱਸਣ 'ਚ ਕਾਮਯਾਬ ਹੋਏ ਨੇ ਕਿ ਜਿਨ੍ਹਾਂ ਤੇ ਤੁਸੀਂ ਵਿਸ਼ਵਾਸ ਕਰ ਰਹੇ ਹੋ ਅਸਲ 'ਚ ਇਹ ਤੁਹਾਡੇ ਨਹੀਂ ਹੈਗੇ। ਤੁਹਾਡਾ ਕਦੇ ਰਾਜ ਹੁੰਦਾ ਸੀ ਜਿਹੜਾ ਤੁਸੀਂ ਦੋਹਰਾ ਪੜ੍ਹਦੇ ਹੋ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਰਹਿ ਕੇ ਉਸ ਸੰਕਲਪ ਨੂੰ ਜੇ ਪੂਰਾ ਨਹੀਂ ਕਰਦੇ ਤੇ ਤੁਹਾਡੇ ਨਾਲ ਇਹ ਹਾਲਾਤ ਹੁੰਦੇ ਰਹਿਣਗੇ। ਜਿਹੜੇ ਲੋਕ ਇਹ ਮਹਿਸੂਸ ਕਰਦੇ ਆ ਕਿ ਸੰਤ ਉੱਥੋਂ ਬਾਹਰ ਆ ਜਾਂਦੇ ਜਾਂ ਸੰਤ ਅਕਾਲ ਤਖਤ ਸਾਹਿਬ ਬਚਾ ਸਕਦੇ ਸੀ, ਸੰਤ ਚਾਹੁੰਦੇ ਤਾਂ ਉਹ ਟਾਲ ਸਕਦੇ ਸੀ, ਗ੍ਰਿਫਤਾਰੀ ਦੇ ਸਕਦੇ ਸੀ, ਤੁਹਾਨੂੰ ਲੱਗਦਾ ਹੈ ਕਿ ਸਟੇਟ ਗ੍ਰਿਫਤਾਰ ਕਰ ਲੈਂਦੀ? ਤੁਹਾਨੂੰ ਲੱਗਦਾ ਹੈ ਕਿ ਸਟੇਟ ਇਸ ਮਨਸ਼ਾ ਨਾਲ ਨਹੀਂ ਆਈ ਸੀ ਕਿ ਜੇ ਸੰਤ ਸਰੈਂਡਰ ਕਰ ਦਿੰਦੇ ਆ ਜਾਂ ਸੰਤ ਬਾਹਰ ਆ ਜਾਂਦੇ ਆ ਤਾਂ ਉਹ ਨੁਕਸਾਨ ਨਹੀਂ ਪਹੁੰਚਾਉਂਦੀ ਸੀ? ਨਹੀਂ, ਇਹ ਜਿਹੜੀਆਂ ਝੂਠੀਆਂ ਫਿਲਾਸਫਰੀਆਂ ਨੇ, ਜਿਹੜੇ ਅਡੰਬਰ ਸਾਡੇ ਰਚੇ ਜਾਂਦੇ ਨੇ, ਵੱਡੇ ਵੱਡੇ ਜਿਹੜੇ PhDਆਂ ਇਹਨਾਂ ਦੇ ਉੱਤੇ ਕਰ ਦਿੱਤੀਆਂ ਉਹਨਾਂ ਨੇ ਕਿ ਜੇ ਸੰਤ ਆਹ ਨਾ ਕਰਦੇ ਆਹ ਨਾ ਹੁੰਦਾ, ਜੇ ਇੰਜ ਨਾ ਹੁੰਦਾ ਇੰਜ ਹੋ ਜਾਂਦਾ। ਇਹ ਸਲਾਹਾਂ ਮੈਂ ਕੰਪੇਅਰ ਨਹੀਂ ਕਰਦਾ ਇੱਥੇ, ਪਰ ਇਤਿਹਾਸ ਨੂੰ ਪੜ੍ਹਨਾ ਤੇ ਉਹਦੀ ਗੱਲ ਕਰਨੀ, ਐਗਜ਼ਾਮਪਲ ਦੇਣੇ ਜ਼ਰੂਰੀ ਨੇ। ਇਹ ਸਲਾਹ ਖਿਦਰਾਣੇ ਦੀ ਢਾਬ ਦੇ ਉੱਤੇ ਕਲਗੀਧਰ ਪਾਤਸ਼ਾਹ ਨੂੰ ਵੀ ਕੋਈ ਸਿਆਣਿਆਂ ਨੇ ਦਿੱਤੀ ਸੀ ਕਿ ਅਸੀਂ ਤੁਹਾਡੀ ਹਕੂਮਤ ਨਾਲ ਸੁਲ੍ਹਾ ਕਰਾ ਦਿੰਦੇ ਹਾਂ। ਇਹ ਗੱਲਾਂ ਜਦ 18 ਬੰਦੇ ਮਹਿਤੇ ਚੁੱਕ ਕੇ ਸ਼ਹੀਦ ਕਰ ਦਿੰਦੇ ਨੇ, ਜਦ ਕੁਲਵੰਤ ਸਿੰਘ ਨਾਗੋਕੇ ਨੂੰ ਉਹਦੇ ਪੱਟਾਂ 'ਚ ਨਮਕ ਭਰ ਦਿੰਦੇ ਨੇ, ਐਡੀ ਵੱਡੀ ਉਹਦੀ ਸ਼ਹਾਦਤ ਹੁੰਦੀ ਆ। ਚੰਦੋ ਕਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਪੋਥੀਆਂ ਸੈਂਚੀਆਂ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ। ਵੱਡੇ ਹਾਲਾਤ ਇਹ ਹੁੰਦੇ ਰਹਿੰਦੇ ਨੇ। ਤਾਂ ਜੇ ਹਕੂਮਤ ਚਾਹੁੰਦੀ ਤਾਂ ਉਦੋਂ ਹਕੂਮਤ ਨੇ ਕਿਉਂ ਨਹੀਂ ਸਾਡੀ ਗੱਲ ਸੁਣੀ? 26 ਮਹੀਨੇ ਸਾਡੀ ਗੱਲ ਨਹੀਂ ਸੁਣੀ, ਤਾਂ ਉਹ 6 ਜੂਨ ਵਾਲੇ ਦਿਨ ਸੀ ਜਿਹੜਾ, ਉਦੋਂ ਸੰਤਾਂ ਦੀ ਗੱਲ ਕਿਹਨੇ ਸੁਣਨੀ ਸੀਗੀ? ਸੋ ਮੈਂ ਇੱਕ ਗੱਲ ਤੁਹਾਨੂੰ ਦਾਅਵਾ ਕਰਨਾ ਕਿ ਸੰਤ ਜਰਨੈਲ ਸਿੰਘ ਨੂੰ ਸਿੱਖ ਕੌਮ ਨੇ ਜਿਹੜਾ ਇਹ ਗੱਲ ਕਹੀ ਆ ਕਿ 20ਵੀਂ ਸਦੀ ਦੇ ਮਹਾਨ ਸਿੱਖ ਦਾ ਜਿਹੜਾ ਖਿਤਾਬ ਆ, ਉਹ ਸੰਤ ਤਾਂ ਹੀ ਨੇ ਜੋ ਸ਼ਹੀਦ ਹੋਏ ਨੇ। ਜੇ ਸੰਤ ਉੱਥੋਂ ਆ ਜਾਂਦੇ ਤੇ ਸੰਤ ਹੀ ਨਹੀਂ ਸੀ ਰਹਿਣੇ ਹੈਗੇ। ਸੰਤਾਂ ਦੀ ਜ਼ਿੰਦਗੀ 6 ਜੂਨ ਨੂੰ ਸ਼ੁਰੂ ਹੋਈ ਆ। ਸੰਤਾਂ ਦੀ ਜ਼ਿੰਦਗੀ 6 ਜੂਨ ਨੂੰ ਸ਼ੁਰੂ ਹੋਈ ਆ। ਉਹ ਸਾਡੇ 'ਚ ਜਿਉਂਦੇ ਨੇ, ਅੱਜ ਵੀ ਜਿਉਂਦੇ ਆ। ਜੇ ਉਹ ਤੋਂ ਬਾਹਰ ਆ ਜਾਂਦੇ ਤਾਂ ਸੰਤ ਮਰ ਜਾਂਦੇ। ਅੱਜ ਸੰਤ ਜਿਉਂਦਾ ਨੇ, ਇਹ ਗੱਲ ਪੱਕੀ ਆ ਬਿਲਕੁਲ ਕਿ ਹਕੂਮਤ ਸੰਤਾਂ ਨੂੰ ਵਾਰ-ਵਾਰ, ਉਹਨਾਂ ਨੇ DC ਗੁਰਦੇਵ ਸਿੰਘ ਨੂੰ ਜਦੋਂ ਜਾ ਕੇ ਉੱਥੇ ਪੁੱਛਿਆ ਕਿ ਤੁਸੀਂ ਇੱਥੋਂ ਦੇ DC ਹੋ, ਦੱਸੋ ਕਿ ਸੰਤ ਸਿਲੰਡਰ ਕਰਨਗੇ ਜਾਂ ਸੰਤ ਕਿਵੇਂ ਦਾ ਰਵੱਈਆ ਹੈ? ਤਾਂ ਉਹਨੇ ਕਿਹਾ ਬਿਲਕੁਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਦੀ ਵੀ ਸਿਲੰਡਰ ਨਹੀਂ ਕਰਨਗੇ ਤੁਹਾਡੇ ਅੱਗੇ। ਇਹ ਦਾਅਵਾ ਉਹਨਾਂ ਨੇ ਕੀਤਾ ਸੀ ਔਰ ਉਹਨਾਂ ਦਾ ਦਾਅਵਾ ਇਹ ਸੱਚ ਹੋਇਆ। ਤੇ ਸਾਡੀਆਂ ਸਾਰਿਆਂ ਦੀਆਂ ਜਾਂ ਕੌਮ ਦੀਆਂ ਅਰਦਾਸਾਂ ਸੀਗੀਆਂ ਇਹ ਕਿ ਸੰਤਾਂ ਦੀ ਚੜ੍ਹਦੀ ਕਲਾ ਤਾਂ ਹੀ ਹੋਈ ਜੋ ਸ਼ਹੀਦ ਹੋਏ ਆ। ਜੇ ਸੰਤ ਉੱਥੋਂ ਆ ਜਾਂਦੇ ਤੇ ਸੰਤ ਹੀ ਨਹੀਂ ਸੀ ਰਹਿਣੇ। ਇਹ ਕਿਹਾ ਗਿਆ, ਉਦੋਂ ਪ੍ਰਚਾਰਿਆ ਗਿਆ ਬਹੁਤ ਕਿ ਸੰਤ ਅਜੇ ਜਿਉਂਦੇ ਨੇ, ਸੁਰੰਗ ਬਣੀ ਹੋਈ ਹੈ, ਸੰਤ ਪਾਕਿਸਤਾਨ ਚਲੇ ਗਏ। ਜਦੋਂ ਤੁਸੀਂ ਸੰਘਰਸ਼ 'ਚ ਆਏ ਹੋ ਲਗਭਗ 99-90 ਦੇ ਵਿੱਚ, 4 ਸਾਲ ਜਾਂ 5 ਸਾਲ ਬਾਅਦ, ਕੀ ਉਦੋਂ ਵੀ ਇਹ ਗੱਲਾਂ ਪ੍ਰਚਲਿਤ ਸੀਗੀਆਂ? 2005 ਤੱਕ ਇਹ ਗੱਲ ਪ੍ਰਚਲਿਤ, 2005 ਤੱਕ ਨਹੀਂ, 2002 ਤੱਕ, 2001 ਤੱਕ ਇਹ ਗੱਲ ਲਗਾਤਾਰ ਚੱਲਦੀ ਰਹੀ ਆ ਕਿ ਬਾਬੇ ਠਾਕਰ ਸਿੰਘ ਹੋਣੀ ਜਿੰਨਾ ਚਿਰ ਜਿਉਂਦੇ ਰਹੇ ਆ, ਉਹ ਲਗਾਤਾਰ ਇਹ ਗੱਲ ਕਹਿੰਦੇ ਰਹੇ ਆ ਵੀ ਜੇ ਕਿਸੇ ਨੇ ਸੰਤਾਂ ਨੂੰ ਸ਼ਹੀਦ ਕਿਹਾ ਤੇ ਉਹਨਾਂ ਦੇ ਮੂੰਹ 'ਚ ਕੀੜੇ ਪੈਣਗੇ, ਅੱਗ ਲੱਗ ਜੂਗੀ। ਇਹ ਮੈਂ ਬੇਬਾਕੀ ਨਾਲ ਤੁਹਾਡੇ ਚੈਨਲ ਤੋਂ ਕਹਿ ਰਿਹਾ। ਅਸੀਂ ਟਕਸਾਲ ਨੂੰ ਪਿਆਰ ਕਰਦੇ ਹਾਂ, ਪਰ ਇਹ ਗੱਲਾਂ ਨਾਲ ਸੀਗੀਆਂ। ਕਿਹੜੇ ਦਬਾਅ ਹੇਠ ਕਿਹੜੀ ਗੱਲ ਕਰਕੇ ਇਹ ਗੱਲ ਭੇਦ ਹੀ ਬਣੀ ਰਹਿਣੀ ਆ ਕਿ ਟਕਸਾਲ ਨਾਲ ਸੰਬੰਧਿਤ ਤੇ ਸੰਤਾਂ ਦੇ ਪਰਿਵਾਰ ਨਾਲ ਸੰਬੰਧਿਤ ਕੁਝ ਸ਼ਖਸੀਅਤਾਂ ਨੇ ਲਗਾਤਾਰ ਇਹ ਗੱਲ ਕਹੀ ਕਿ ਸੰਤ ਜਿਉਂਦੇ ਨੇ। ਇਹ ਜਿਹੜੀ ਗੱਲ ਸੀਗੀ, ਇਹ ਬਹੁਤ ਮਾੜੀ ਗੱਲ ਸੀ ਕਿ ਸੰਤਾਂ ਦੀ ਐਡੀ ਵੱਡੀ ਸ਼ਹਾਦਤ ਨੂੰ, ਜੇ ਸੰਤਾਂ ਨੂੰ ਤੁਸੀਂ ਜਿਉਂਦੇ ਰੱਖ ਲਓ ਤਾਂ ਤੁਸੀਂ ਖਤਮ ਹੋ। ਅੱਜ ਮਾਣ ਹੀ ਇਸ ਗੱਲ ਤੇ ਹੁੰਦਾ ਕਿ ਸੰਤਾਂ ਨੇ ਉੱਥੇ ਸ਼ਹੀਦੀ ਪਾਈ ਆ। ਸੰਤਾਂ ਦੀ ਸ਼ਹਾਦਤ ਖੋਣੀ ਤੇ ਕੌਮ ਨਾਲ ਬਹੁਤ ਵੱਡਾ ਧੋਖਾ ਸੀਗਾ, ਪਰ ਫਿਰ ਵੀ ਸਿਆਣੇ ਸਿੱਖਾਂ ਨੇ ਇਸ ਗੱਲ ਨੂੰ ਸਮਝਿਆ। ਤੁਹਾਨੂੰ ਉਦੋਂ ਜਦੋਂ ਤੁਸੀਂ ਸੰਘਰਸ਼ 'ਚ ਆਉਂਦੇ ਹੋ, ਜਦੋਂ ਹਥਿਆਰ ਚੁੱਕਦੇ ਹੋ, ਮੇਰਾ ਸਵਾਲ ਸੀ ਕਿ ਕੀ ਉਦੋਂ ਇਹ ਤੁਹਾਡੇ ਨਾਲ ਇਹ ਗੱਲਾਂ ਹੁੰਦੀਆਂ ਸੀਗੀਆਂ ਕਿ ਸੰਤ ਅਜੇ ਹੈਗੇ ਨੇ, ਸੰਤ ਪਾਕਿਸਤਾਨ ਨੇ ਜਾਂ ਕਿਤੇ ਹੋਰ ਨੇ, ਤੁਹਾਨੂੰ ਮਿਲਾਵਾਂਗੇ? ਕਦੇ ਐਸੀ ਕੋਈ ਗੱਲਬਾਤ ਹੋਈ ਉਦੋਂ? ਇਹ ਗੱਲਾਂ ਆਉਂਦੀਆਂ ਸਨ, ਪਰ ਸਾਨੂੰ ਇਹ ਗੱਲ ਪਰਪੱਕ ਸੀਗੀ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਚੁੱਕੇ ਨੇ। ਇਹ ਗੱਲ ਖਾੜਕੂਆਂ ਦੇ ਵਿੱਚ 101% ਇਹ ਪਰਪੱਕ ਸੀ ਗੱਲ, ਕਿਉਂਕਿ ਭਾਈ ਚੰਨੀ ਉੱਥੋਂ ਨਿਕਲ ਕੇ ਆਏ ਆ ਤੇ ਭਾਈ ਚੰਨੀ ਤੇ ਭਾਈ ਬਿੱਟੂ ਜਟਾਣਾ ਇਹ ਸਾਰਾ ਗਰੁੱਪ ਸੀਗਾ। ਤੇ ਅਸੀਂ
ਮਤਲਬ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦਾ ਕੀ ਵਿਊ ਪੁਆਇੰਟ ਸੀ ਇਹਦੇ ਤੇ? ਭਾਈ ਬਿੱਟੂ ਨੇ ਹੀ ਪਹਿਲੀ ਵਾਰੀ ਸੰਤਾਂ ਦੀ ਸ਼ਹਾਦਤ ਦਾ ਜਿਹੜੀ ਮਨਾਈ ਆ ਦਰਬਾਰ ਸਾਹਿਬ, ਪਹਿਲੀ ਵਾਰੀ ਜਿਹੜੀ ਸ਼ਹਾਦਤ ਦੀ ਅਰਦਾਸ ਕੀਤੀ ਆ ਉਹ ਭਾਈ ਬਿੱਟੂ ਦੇ ਨਾਲ ਦੇ ਬੰਦਿਆਂ ਨੇ ਕੀਤੀ ਸੀਗੀ, ਜਿਹੜੀ ਫੈਡਰੇਸ਼ਨ ਇਹਨਾਂ ਨੇ ਬਣਾਈ, ਸੁਰਿੰਦਰਪਾਲ ਸਿੰਘ ਠਰੂਆ ਤੇ ਇਹ ਗਰੁੱਪ ਸੀਗਾ। ਤੇ ਬਾਬਾ ਨਛੱਤਰ ਸਿੰਘ ਕੱਲਰ ਭੈਣੀ ਵਾਲਿਆਂ ਨੇ ਪਹਿਲੀ ਅਰਦਾਸ ਸੰਤਾਂ ਦੀ ਸ਼ਹੀਦੀ ਦੀ ਜਿਹੜੀ ਕੀਤੀ ਆ ਦਰਬਾਰ ਸਾਹਿਬ, ਉਹ ਇਹਨਾਂ ਨੇ ਕੀਤੀ ਸੀ। ਇਹ ਗੱਲ ਸ਼ੁਰੂ ਹੀ ਇੱਥੋਂ ਤੇ ਖਬਰਾਂ ਲੱਗੀਆਂ ਨੇ ਵੀ ਜਿਹੜਿਆਂ ਨੇ ਵੀ ਇਹ ਇੱਕ ਕਰਮ ਕੀਤਾ ਆ, ਇਹ ਮਾੜਾ ਕੰਮ ਕੀਤਾ ਆ, ਉਹਨਾਂ ਨੂੰ ਪ੍ਰਮਾਤਮਾ ਮਾਫ ਨਹੀਂ ਕਰੂਗਾ। ਇਹ ਬਿਆਨ ਵੀ ਲੱਗਾ ਸੀ ਟਕਸਾਲ ਵੱਲੋਂ ਵੀ ਇਹ ਐਡਾ ਵੱਡਾ ਗੁਨਾਹ ਕੀਤਾ ਇਹਨਾਂ ਨੇ ਕਿ ਸੰਤਾਂ ਨੂੰ ਸ਼ਹੀਦੀ। ਪਰ ਇਹ ਗੱਲ ਭਾਈ ਦਲਜੀਤ ਸਿੰਘ ਬਿੱਟੂ, ਸਿਮਰਜੀਤ ਸਿੰਘ ਮਾਨ ਹੋਣੀ ਇਹ ਗੱਲ ਤੇ ਬਾਜਿਤ ਸਨ ਕਿ ਸੰਤ ਸ਼ਹੀਦ ਹੋ ਗਏ ਨੇ, ਸੰਤ ਸ਼ਹੀਦ ਹੋ ਗਏ ਨੇ। ਇਹਨਾਂ ਨੇ ਬਹੁਤ ਜ਼ਿਆਦਾ ਇਹਦਾ ਪ੍ਰਚਾਰ ਕੀਤਾ। ਬਾਅਦ 'ਚ ਫਿਰ ਇਸ ਗੱਲ ਨੂੰ ਜਦੋਂ ਭਾਈ ਬਿੱਟੂ ਹੋਣੀ ਜੇਲ੍ਹ ਸਨ, ਇਹਨਾਂ ਨੇ ਫਿਰ ਸਰਦਾਰ ਕਰਮਜੀਤ ਸਿੰਘ ਜਿਹੜੇ ਪੰਜਾਬੀ ਟ੍ਰਿਬਿਊਨ ਵਾਲੇ ਸੀ, ਸਰਦਾਰ ਅਜਮੇਰ ਸਿੰਘ ਹੁਣ, ਇਹਨਾਂ ਦੀ ਡਿਊਟੀ ਪੰਥ ਵੱਲੋਂ ਲੱਗੀ। ਦੋ ਭਰਾ ਨੇ ਸੱਕੇ ਬਾਹਰ ਰਹਿੰਦੇ ਨੇ, ਪ੍ਰਭ ਸ਼ਰਨਵੀਰ ਤੇ ਪ੍ਰਭ ਸ਼ਰਨਦੀਪ। ਇਹਨਾਂ ਸਾਰਿਆਂ ਦਾ ਗਰੁੱਪ ਸੀਗਾ ਕਿ ਸੰਤਾਂ ਦੀ ਜਿਹੜੀ ਸ਼ਹਾਦਤ ਆ ਜਾਂ ਸੰਤਾਂ ਦੀ ਜਿਹੜੀ ਸ਼ਖਸੀਅਤ ਸੀ ਉਹਦੇ ਉੱਤੇ ਇਸ ਦਾ ਲੇਖਾ ਜੋਖਾ ਕਰਕੇ ਇੱਕ ਖਰੜਾ ਤਿਆਰ ਕੀਤਾ ਜੇ ਇੱਕ ਬੁੱਕ ਲਿਖੀ ਜਾਏ। ਇਹਨਾਂ ਦੀ ਡਿਊਟੀ ਲੱਗੀ। ਉਹ ਖਰੜੇ ਤਿਆਰ ਹੋਏ ਜਿਹਦੇ ਚੋਂ ਅਜਮੇਰ ਸਿੰਘ ਉਹਨਾਂ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ। ਵੱਖ-ਵੱਖ ਖਰੜੇ ਭੇਜੇ ਗਏ ਸਿੱਖਾਂ ਦੇ ਕੋਲ, ਉਹਨਾਂ ਨੇ ਪੜ੍ਹੇ ਤੇ ਇਹਨੂੰ ਪ੍ਰਵਾਨਗੀ ਦਿੱਤੀ ਗਈ। ਫਿਰ ਸੰਤਾਂ ਦੀ ਸ਼ਖਸੀਅਤ ਉੱਤੇ ਲਗਾਤਾਰ ਭਾਈ ਬਿੱਟੂ ਹੋਣੀ ਤੇ ਸਾਰਾ ਗਰੁੱਪ, ਭਾਈ ਕਰਮਜੀਤ ਸੋਹਣੀ, ਸਰਦਾਰ ਅਜਮੇਰ ਸਿੰਘ ਮੰਤੀ, ਇਹਨਾਂ ਨੇ ਲਗਾਤਾਰ ਸੰਤਾਂ ਦੀ ਸ਼ਹਾਦਤ ਤੇ ਸੈਮੀਨਾਰ ਸ਼ੁਰੂ ਕੀਤੇ। ਜੋ ਪਹਿਲਾ ਪ੍ਰਧਾਨ ਸੇਵਕ ਸਿੰਘ ਬਣਿਆ ਸੀਗਾ, ਇਹਦਾ ਵਿਰੋਧ ਹੋਇਆ ਇਸ ਗੱਲ ਦਾ ਦਬਵੀਂ ਸਾਲ ਦੇ ਵੱਲੋਂ? ਦਬਵੀਂ ਸੁਰ 'ਚ ਨਹੀਂ ਹੋਇਆ ਐਕਸੈਪਟ, ਪਤਾ ਸੀਗਾ ਉਹਨਾਂ ਨੂੰ ਵੀ, ਤੇ ਹੌਲੀ ਹੌਲੀ ਉਹ ਸਾਰਾ ਕੁਝ ਫਿਰ ਟਕਸਾਲ ਨੇ ਵੀ ਜਦੋਂ ਸਾਡਾ ਜਿਹੜਾ ਬਹੁਤ ਲੋਕ ਕਹਿੰਦੇ ਨੇ ਕਿ ਬਾਬੇ ਧੁੰਮੇ ਨੂੰ ਟਕਸਾਲ ਦਾ ਮੁਖੀ ਬਣਾਉਣ 'ਚ ਤੁਹਾਡਾ ਹੱਥ ਹੈ ਕਿ ਉਹ ਇਸ ਤਰ੍ਹਾਂ ਅਕਾਲੀ ਦਲ ਜਾਂ ਜੋ ਵੀ ਗੱਲਾਂ ਤੁਹਾਨੂੰ ਪਤਾ ਹੈ ਪ੍ਰਚਲਿਤ ਹੋ ਰਹੀਆਂ ਨੇ ਕੌਮ ਦੇ ਵਿੱਚ। ਸਾਡੇ ਸਭ ਤੋਂ ਵੱਡੇ ਹਿੱਤ ਜਿਹੜੇ ਸੀਗੇ, ਜਿਹੜੇ ਦਲਜੀਤ ਗਰੁੱਪ ਸੀਗਾ ਸਾਰਾ, ਭਾਈ ਬਿੱਟੂ ਵਾਲਾ ਗਰੁੱਪ ਸੀ, ਸਾਡੇ ਇਹ ਹਿੱਤ ਸੀਗੇ ਕਿ ਟਕਸਾਲ ਦਾ ਮੁਖੀ ਸੰਤਾਂ ਦੀ ਸ਼ਹਾਦਤ ਦਾ ਦਿਨ ਟਕਸਾਲ ਮਹਿਤੇ ਮਨਾਵੇ ਤੇ ਅਕਾਲ ਤਖਤ ਸਾਹਿਬ ਤੇ ਮਨਾਵੇ। ਉਹ ਕੰਮ ਪ੍ਰੋਮਿਸ ਕੀਤੀ ਸੀ ਜਿਹੜੇ ਭਾਈ ਹਰਨਾਮ ਸਿੰਘ ਧੁੰਮੇ ਹੋਣਾ ਨੇ। ਉਹਨਾਂ ਨੇ ਫਿਰ ਜਦੋਂ ਉਹਨਾਂ ਨੂੰ ਦਸਤਾਰ ਮਿਲਦੀ ਆ ਉੱਥੋਂ ਦੀ, ਜਦੋਂ ਮੁਖੀ ਬਣਦੇ ਨੇ, ਪਹਿਲਾ ਕਾਰਜ ਉਹਨਾਂ ਨੇ ਇਹੀ ਕੀਤਾ ਸੀ ਕਿ ਸੰਤਾਂ ਦੀ ਸ਼ਹਾਦਤ ਡਿਕਲੇਅਰ ਕੀਤੀ ਸੀਗੀ। ਫਿਰ ਉਸ ਗੱਲ ਨੂੰ ਕਦੀ ਵੀ ਕਿਸੇ ਨੇ ਥੁੱਲਿਆ ਨਹੀਂ ਹੈਗਾ ਕਿ ਸੰਤ ਜਿਉਂਦੇ ਨੇ, ਸੰਤ ਚੜ੍ਹਦੀ ਕਲਾ 'ਚ ਨੇ। ਉਦੋਂ ਬਾਅਦ ਸਾਡੇ ਸਾਹਮਣੇ ਕੋਈ ਗੱਲ ਨਹੀਂ ਇੱਦਾਂ ਦੀ ਹੈ। ਜੇ ਕੋਈ ਕਰਦਾ ਵੀ ਇੱਕਾ ਦੁੱਕਾ ਤੇ ਉਹਦਾ ਵਜੂਦ ਕੋਈ ਨਹੀਂ ਹੈਗਾ ਗੱਲ ਦਾ। ਤੁਸੀਂ ਪਹਿਲੀ ਵਾਰੀ ਹਥਿਆਰ ਕਦੋਂ ਚੁੱਕਿਆ? ਮੈਂ ਪਹਿਲੀ ਵਾਰੀ ਹਥਿਆਰ ਚੁੱਕਿਆ ਸੀ ਜੀ 1990 ਜਨਵਰੀ ਦੇ ਵਿੱਚ। ਕਿਹਨੇ ਫੜਾਇਆ ਸੀ? ਮੈਂ ਜੀ ਹਥਿਆਰ ਇੱਕ ਹੁੰਦੇ ਸੀਗੇ ਜਸਵੰਤ ਸਿੰਘ ਸ਼ਹੀਦ ਹੋ ਗਿਆ ਨਾ, ਤੇ ਇੱਕ ਭਾਈ ਸੰਘੇ ਨਾਲ ਹੁੰਦਾ ਸੀ ਸਿੰਘ। ਉਹਨਾਂ ਦੋਨਾਂ ਨੇ ਇੱਕ ਕੋਈ, ਮੈਂ ਹੁਣ ਇਹ ਥਿਊਰੀਕਲੀ ਵੀ ਤੇ ਪ੍ਰੈਕਟੀਕਲੀ ਵੀ ਕੁਝ ਗੱਲਾਂ ਚੈਨਲ ਤੇ ਨਹੀਂ ਹੋ ਸਕਦੀਆਂ। ਇੱਕ ਡੀਪੀ ਮਾਸਟਰ ਸੀਗਾ ਹਰਿਆਣੇ ਦਾ, ਉਹਨੇ 7ਵੀਂ 'ਚ ਪੜ੍ਹਦੀ ਇੱਕ ਬੇਟੀ ਨਾਲ ਰੇਪ ਕੀਤਾ ਸੀ ਤੇ ਉਹਨੂੰ ਸੋਧਣ ਦੀ ਮੇਰੀ ਡਿਊਟੀ ਲੱਗੀ। ਪਹਿਲਾ ਕੰਮ ਜਿਹੜਾ ਮੈਂ ਆਪਣੀ ਉਮਰ 'ਚ ਕੀਤਾ ਤੇ ਔਰ ਇਕੱਲੇ ਨੇ ਜਾ ਕੇ ਕੀਤਾ ਸੀਗਾ, ਉਹ ਪਹਿਲੀ ਵਾਰੀ ਮੈਂ 1990 ਸ਼ੁਰੂਆਤ ਜਦੋਂ ਜਨਵਰੀ ਫਰਵਰੀ ਦੇ ਵਿੱਚ ਉਹ ਕੰਮ ਮੇਰੇ ਜ਼ਿੰਮੇ ਲੱਗਾ ਸੀ ਤੇ ਉਹ ਮੈਂ ਕੀਤਾ ਜੀ ਪਹਿਲੀ ਵਾਰੀ। ਇਹ ਉਸ ਬੰਦੇ ਨੂੰ ਸੋਧਿਆ ਜਿਹਨੇ ਹਰਿਆਣੇ ਦੇ ਵਿੱਚ ਇੱਕ 8ਵੀਂ 'ਚ ਪੜ੍ਹਦੀ ਬੇਟੀ ਨਾਲ ਰੇਪ ਕੀਤਾ ਸੀ ਜੀ। ਕਿਹੜੇ ਹਥਿਆਰ ਚਲਾਏ ਆ ਹੁਣ ਤੱਕ? ਮੈਂ ਜੀ AK-47 ਤੇ ਪਿਸਟਲ, ਤੇ ਜ਼ਿਆਦਾਤਰ ਮੇਰਾ ਵਾਹ ਜਿਹੜਾ ਉਹ AK-47 ਤੇ ਬਰੂਦ ਨਾਲ ਰਿਹਾ ਜੀ। ਮੇਰਾ ਇਹ ਟ੍ਰੇਨਿੰਗ ਵੀ ਲਈ ਤੁਸੀਂ? ਨਹੀਂ, ਕੋਈ ਟ੍ਰੇਨਿੰਗ ਨਹੀਂ, ਕੋਈ ਟ੍ਰੇਨਿੰਗ ਨਹੀਂ ਲਈ ਬਿਲਕੁਲ ਕਿਤੇ। ਮੈਂ ਆਪ ਹੀ ਐਕਸਪੈਰੀਮੈਂਟ ਕਰਦਾ ਰਿਹਾ, ਪ੍ਰੈਕਟੀਕਲ ਕਰਦਾ ਰਿਹਾ। ਬੰਬ ਤੱਕ ਬਣਾਇਆ? ਹਾਂਜੀ ਹਾਂ, ਬਿਲਕੁਲ ਲਗਾਤਾਰ ਮੇਰੀ ਜਿਹੜੇ ਵੀ ਸਾਡੀ ਜਥੇਬੰਦੀ ਦੇ ਵਿੱਚ ਇਹ ਕਾਰਜ ਸੀਗੇ ਕੋਈ ਵੀ ਇੱਦਾਂ ਦੇ, ਉਹ ਮੇਰੇ ਜ਼ਿੰਮੇ ਸੀਗੇ। CID ਕਰਨੀ ਤੇ ਇੱਕ ਜਿਹੜਾ ਇਹ ਬੰਬਾਂ ਵਾਲਾ ਸੀਗਾ ਮੇਰੀ ਜ਼ਿੰਮੇਵਾਰੀ ਸੀਗੀ। ਮੇਰੀ ਜਿਹੜੀ ਜਥੇਬੰਦੀ ਸੀ ਉਹਦੇ ਵਿੱਚ ਮੇਰੀ ਇਹ ਡਿਊਟੀ। ਫਿਰ ਇਹ ਤੈਅ ਕੌਣ ਕਰਦਾ ਸੀ ਕਿ ਕਿਹਦਾ ਸੌਦਾ ਲਾਉਣਾ ਹੈ ਜਾਂ ਕੋਈ ਕਾਰਜ ਦਿੱਤਾ ਜਾਂਦਾ ਸੀ? ਇਹ ਤੈਅ ਕਿਵੇਂ ਹੁੰਦਾ ਸੀ? ਤੁਹਾਡੇ ਤੱਕ ਪਹੁੰਚਦੀ ਕਿਵੇਂ ਸੀ ਗੱਲ? ਸੰਗਤ ਤੈਅ ਕਰਦੀ ਸੀ। ਸਾਡੀਆਂ ਅੱਖਾਂ, ਸਾਡੀਆਂ ਬਾਹਾਂ, ਸਾਡੀ ਸੋਚ ਜਿਹੜੀ ਉਹ ਸੰਗਤ ਸੀਗੀ। ਜਿਹੜੇ ਸਾਡੇ ਉੱਪਰਲੇ ਲੈਵਲ ਦੇ ਐਕਸ਼ਨ ਸੀਗੇ ਉਹ ਤਾਂ ਕੌਮ ਨੇ ਪਹਿਲਾਂ ਹੀ ਤੈਅ ਕਰਤੇ। ਜਿਵੇਂ ਮੰਨ ਲਓ ਤੁਸੀਂ ਜਨਰਲ ਵੈਦਿਆ ਐਗਜ਼ਾਮਪਲ ਦੇ ਤੌਰ ਦੇ ਉੱਤੇ, ਜਾਂ ਜਿਹੜੇ ਜ਼ਾਲਮ ਪੁਲਿਸ ਅਫਸਰ ਸਨ ਜਿਵੇਂ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕੀਤਾ, ਜਾਂ ਪੂਲੇ ਵਰਗੇ ਜਿਹੜੇ ਬੰਦੇ ਹਨ, ਇਹ ਤਾਂ ਟਾਰਗੇਟ ਸੀਗੇ ਕੌਮ ਦੇ, ਓਪਨ ਟਾਰਗੇਟ ਸੀਗੇ।
ਬਾਕੀ ਜਿਹੜੇ ਟਾਰਗੇਟ ਹੁੰਦੇ ਨੇ ਉਹ ਤੈਅ ਕਰਦੀ ਸੰਗਤ ਨੇ ਚੋਣ ਕਰਨੀ ਹੁੰਦੀ ਆ ਵੀ ਆਹ ਬੰਦੇ ਨੇ ਫਲਾਣੇ ਸਮੇਂ ਮੂਵਮੈਂਟ ਦਾ ਕੌਮ ਦਾ ਆਹ ਨੁਕਸਾਨ ਕੀਤਾ ਸੀ। ਸੰਗਤ ਹੀ ਤੈਅ ਕਰਦੀ ਤੇ ਸੰਗਤ ਦੇ ਵਿੱਚੋਂ ਹੀ ਇਹ ਗੱਲ ਇਕੱਠੀ ਹੋ ਕੇ ਫਿਰ ਉਹਦੇ ਉੱਤੇ ਫੈਸਲਾ ਹੋ ਕੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੁੰਦੀ। ਬਾਕੀ ਥਿਊਰੀਕਲੀ ਗੱਲਾਂ ਕਈ ਜਿਹੜੀਆਂ ਨੇ ਉਹ ਚੈਨਲ ਤੇ ਨਹੀਂ ਆ ਸਕਦੀਆਂ। ਕੁਝ ਆਪਣੇ ਵੀ ਸੀਗੇ ਵਿੱਚ ਜਿਨ੍ਹਾਂ ਦਾ ਸੌਦਾ ਲਾਉਣਾ ਪਿਆ ਜਾਂ ਜਿਹੜੇ ਆਇਡੈਂਟੀਫਾਈ ਹੋਏ ਕਿ ਵਿੱਚ ਆਪਣੇ ਹੀ ਰਹਿ ਕੇ ਨੁਕਸਾਨ ਕਰ ਰਹੇ ਸੀ? ਬਿਲਕੁਲ, ਕਿਉਂਕਿ ਜਿਹੜਾ ਸਾਡਾ ਖਿੱਤਾ ਹੈ ਨਾ ਜੀ, ਇੱਥੇ ਹੁਣ ਸਿੱਖ ਨੇ, ਸਿੱਖਾਂ ਨੇ ਹੀ ਖਾੜਕੂ ਬਣਨਾ ਸੀ, ਸਿੱਖਾਂ ਨੂੰ ਹੀ ਟੌਟ ਬਣੇ, ਸਿੱਖ ਹੀ ਏਜੰਸੀ ਨਾਲ ਰਲੇ। ਕਿਉਂਕਿ ਇਸ ਖਿੱਤੇ ਦੇ ਵਿੱਚ ਜਦ ਬਹੁ ਗਿਣਤੀ ਸਿੱਖਾਂ ਦੀ ਆ ਤਾਂ ਉਹਦੇ ਵਿੱਚੋਂ ਹੀ ਉਹਨਾਂ ਨੇ ਚੋਣ ਕੀਤੀ, ਚਾਹੇ ਲਾਲਚ ਵਸ, ਚਾਹੇ ਦਬਾਅ ਹੇਠ, ਪ੍ਰੈਸ਼ਰ ਹੇਠ। ਕਿਉਂਕਿ ਬਹੁਤ ਬੰਦਿਆਂ ਨੂੰ ਪ੍ਰੈਸ਼ਰ ਹੇਠ ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤਾ ਸੀ। ਮੈਂ ਇਸ ਗੱਲ ਦਾ ਗਵਾਹ ਹਾਂ ਕਿ ਪਹਿਲੀ ਵਾਰੀ ਜਦੋਂ ਮੈਨੂੰ ਮਤਲਬ ਕਿ ਉਹਨਾਂ ਨੇ ਆਪਣੇ ਖੇਮੇ 'ਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਬਾਈ ਨੇਮ ਦੱਸਾਂਗਾ, ਸ਼ੇਰਗਿੱਲ ਇੱਥੇ SP ਆਪਰੇਸ਼ਨ ਹੁੰਦੇ ਸੀ ਪਟਿਆਲੇ, ਤੇ ਮੈਂ ਉਦੋਂ 15-14 ਸਾਲ ਦੀ ਮੇਰੀ ਉਮਰ ਸੀ। CS ਸਟਾਫ ਪਟਿਆਲੇ ਦੇ ਵਿੱਚ ਸੰਤ ਕੁਮਾਰ ਭਾਂਬਰੀ ਇੱਥੇ ਇੰਸਪੈਕਟਰ ਹੁੰਦਾ ਸੀ, ਤੇ ਇੱਕ ਹੁੰਦਾ ਸੀਗਾ ਗਰੇਵਾਲ DSP। ਇਹ ਜ਼ਾਲਮ ਅਫਸਰ ਸੀਗੇ ਸਾਰੇ। ਤਾਂ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਅਜੀਤ ਅਖਬਾਰ ਦੇ ਪੱਤਰਕਾਰ ਸੀਗੇ, ਕਿ ਇਹਨਾਂ ਦੇ ਸਾਹਮਣੇ ਇਹ ਗੱਲ ਕਹਿਣੀ ਆ ਕਿ ਰਛਪਾਲ ਛੰਦੜਾ ਜਿਹੜਾ ਆ ਵੀ ਉਹ ਮੇਰੀ ਸਿਸਟਰ ਨੂੰ ਰਾਤ ਨੂੰ ਲੈ ਜਾਂਦਾ ਹੁੰਦਾ ਸੀ। ਅੱਛਾ, ਇਹ ਗੱਲ ਮੇਰਾ ਵੀ ਤੈਨੂੰ ਅਸੀਂ ਛੱਡ ਦਾਂਗੇ ਤੇ ਤੈਨੂੰ ਅਸੀਂ ਸ਼ਹਿਰ 'ਚ ਘਰ ਲੈ ਕੇ ਦਿਆਂਗੇ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ, ਅਸੀਂ ਤੁਹਾਡੀ ਰੱਖਿਆ ਕਰਾਂਗੇ, ਤੇਰਾ ਪਿਓ ਫੌਜੀ, ਉਹਨੂੰ ਰਫਲ ਦੇਵਾਂਗੇ ਤੇ ਤੁਸੀਂ ਆਪਣੀ ਰੱਖਿਆ ਆਪ ਕਰ ਸਕਦੇ ਹੋ। ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਮੇਰੇ ਨਾਲ, ਤੇ ਉਹਨਾਂ ਨੇ ਪ੍ਰੈਸ ਸੱਦ ਲਈ, ਉੱਥੇ ਸਾਰੀ ਪ੍ਰੈਸ ਸੱਦ ਲਈ। ਤੇ ਮੈਂ ਇਹ ਗੱਲ ਤੋਂ ਮੈਂ ਕਿਹਾ ਵੀ ਇਹ ਗੱਲ ਹੀ ਨਹੀਂ ਹੈਗੀ। ਮੇਰਾ ਪਿਆਰ ਬਹੁਤ ਜ਼ਿਆਦਾ ਸੀਗਾ ਭਾਈ ਰਛਪਾਲ ਸਿੰਘ ਨਾਲ, ਬੇਹੱਦ, ਤੇ ਮੇਰੇ ਤੋਂ ਬਹੁਤ ਤੁਹਾਡੀ ਉਦੋਂ ਤੱਕ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 14-15 ਸਾਲ ਦੀ ਉਮਰ 'ਚ ਪਹਿਲੀ ਵਾਰ ਸੰਘਰਸ਼ 'ਚ ਪੈਰ ਧਰਿਆ, ਸਾਰਿਆਂ ਨਾਲ ਮੁਲਾਕਾਤ ਹੋ ਗਈ ਸੀ? ਮੁਲਾਕਾਤ ਤਾਂ ਮੇਰੀ 99 ਦੇ ਐਂਡ 'ਚ ਹੀ ਹੋ ਗਈ ਸੀ। ਬਹੁਤ ਛੰਦੜਾ ਨਾਲ ਵੀ ਨਾ, ਭਾਈ ਸੰਘੇ ਨਾਲ। ਭਾਈ ਸੰਘੇ ਨਾਲ? ਭਾਈ ਛੰਦੜਾ ਬਾਅਦ 'ਚ ਚੀਫ ਬਣਦੇ ਨੇ, ਪਹਿਲਾਂ ਭਾਈ ਸੰਘਾ ਸੀਗੇ। ਤੇ ਮੈਂ ਅਲੱਗ-ਅਲੱਗ ਜਿਹੜੇ ਜਥੇਬੰਦੀਆਂ ਸੀਗੀਆਂ ਸਾਡੀਆਂ ਸਾਂਝੀਆਂ, ਫੈਡਰੇਸ਼ਨ, ਖਾਲਿਸਤਾਨ ਕਮਾਂਡੋ ਫੋਰਸ ਤੇ ਲਿਬਰੇਸ਼ਨ ਤੇ ਭਾਈ ਸੰਘਾ ਗਰੁੱਪ, ਇਹ ਇਕੱਠੀਆਂ ਸਨ। ਇਹਨਾਂ ਦਾ ਆਣ ਪ੍ਰਦਾਨ ਜਿਹੜਾ ਸੀਗਾ, ਮੇਰੀ ਉਮਰ ਬਹੁਤ ਘੱਟ ਸੀ, ਮੇਰੇ 'ਤੇ ਕੋਈ ਸ਼ੱਕ ਨਹੀਂ ਸੀ ਕਰਦਾ, ਤੇ ਮੈਂ ਬਹੁਤ ਜਿਹੜਾ ਚਿੱਠੀ ਪੱਤਰ ਸਮਾਨ ਇੱਧਰ ਉੱਧਰ ਪੰਜਾਬ ਸਾਰੇ 'ਚ ਹੀ ਜਿਹੜਾ ਉਹ ਕਰਦਾ ਰਿਹਾ। ਮਤਲਬ ਕਿ ਮੈਸੇਂਜਰ ਦੇ ਤੌਰ ਤੇ ਮੈਂ ਫਿਰ ਉਹ ਪ੍ਰੈਸ ਕਾਨਫਰੰਸ ਹੋਈ? ਪ੍ਰੈਸ ਕਾਨਫਰੰਸ ਹੋਈ, ਤੇ ਪ੍ਰੈਸ ਕਾਨਫਰੰਸ ਹੋਣ ਤੋਂ ਪਹਿਲਾਂ ਮੈਂ ਕਿਹਾ ਵੀ ਨਹੀਂ, ਭਾਈ ਰਛਪਾਲ ਸਿੰਘ ਛੰਦੜਾ ਇੱਦਾਂ ਦੇ ਹੈ ਹੀ ਨਹੀਂ ਹੈਗੇ, ਉਹਨਾਂ ਨੇ ਇਹੋ ਜਿਹਾ ਕੁਝ ਕੀਤਾ ਹੀ ਨਹੀਂ ਹੈਗਾ। ਫਿਰ ਉਹਨਾਂ ਨੇ ਮੈਨੂੰ ਦੁਬਾਰੇ ਇੰਟਰੋਗੇਟ ਕੀਤਾ, ਤੇ ਫਿਰ ਇੱਥੇ ਮੈਨੂੰ ਪੱਕੀ ਤਰ੍ਹਾਂ ਯਾਦ ਨਹੀਂ, ਦੋ ਨਾਂ ਸੀਗੇ, ਸ਼ਾਇਦ ਸਤੀਸ਼ ਕੁਮਾਰ ਸ਼ਰਮਾ ਜਾਂ ਅਨਿਲ ਕੁਮਾਰ ਸ਼ਰਮਾ। ਸਤੀਸ਼ ਕੁਮਾਰ ਸ਼ਰਮਾ ਇੱਥੇ SSP ਹੁੰਦੇ ਸੀਗੇ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮਾਰ ਦਿਓ। ਮੈਨੂੰ ਇਹਨਾਂ ਨੇ ਘੱਗੇ ਥਾਣੇ ਜਾ ਕੇ ਬੰਦ ਕਰ ਲਿਆ। ਬੰਦ ਕਰਨ ਤੋਂ ਬਾਅਦ ਅੱਗੇ ਕੰਬਲ ਲਾ ਦਿੱਤੇ, ਕੰਬਲ ਲਾ ਕੇ ਉੱਥੇ ਰੱਖਿਆ, ਤੇ ਇਹਨਾਂ ਨੇ ਰਾਤ ਨੂੰ ਸਾਨੂੰ ਕਲਬਾਣੂ ਉੱਥੇ ਪੁਲ ਪੈਂਦਾ, ਉੱਥੇ ਲਿਜਾ ਕੇ ਇਹਨਾਂ ਨੇ ਸਾਨੂੰ ਫੇਕ ਐਨਕਾਊਂਟਰ ਸਾਡਾ ਕਰਨਾ ਸੀ, ਝੂਠਾ ਮੁਕਾਬਲਾ। ਤੇ ਸਰਦਾਰ ਗੁਰਦੇਵ ਸਿੰਘ ਸਿੱਧੂ MLA ਹੁੰਦੇ ਸੀਗੇ, ਤੇ ਉਹ ਬੜੇ ਦਿਨਾਂ ਤੋਂ ਸਾਨੂੰ ਲੱਭਦੇ ਘੱਗੇ ਥਾਣੇ ਕੋਈ ਵੈਸੀ ਪੰਚਾਇਤ ਸੀ, ਉੱਥੇ ਕਿਤੇ ਬੈਠੇ। ਤਾਂ ਉੱਥੇ ਜਦੋਂ ਮੈਂ ਉਹਨਾਂ ਦੀ ਆਵਾਜ਼ ਸੁਣੀ, ਜਸਵੰਤ ਸਿੰਘ ਸਰਪੰਚ ਹੁੰਦੇ ਸੀ ਧਨੇਠੇ ਤੋਂ, ਜਦੋਂ ਉਹਨਾਂ ਦੀ ਆਵਾਜ਼ ਸੁਣੀ ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਬਾਹਰ ਕੱਢੋ। ਉਹਨਾਂ ਨੇ ਮੈਨੂੰ ਮੈਸ 'ਚ ਬੰਦ ਕੀਤਾ ਸੀ। ਉਹ ਗਰਮੇਲ ਸਿੰਘ ਇੰਸਪੈਕਟਰ ਹੁੰਦਾ ਸੀ, ਉਹਦਾ ਜਿਹੜਾ ਰੋਟੀ ਵਾਲਾ ਸੀ ਮੁੰਡਾ, ਉਹ ਕਹਿੰਦਾ ਸਰਦਾਰ ਜੀ ਕਹਿ ਗਏ ਨੇ ਵੀ ਤੈਨੂੰ ਬਾਹਰ ਨਹੀਂ ਕੱਢਣਾ। ਮੈਂ ਉਹਨੂੰ ਝੂਠ ਬੋਲਿਆ ਕਿ ਮੈਨੂੰ ਮੈਂ ਬਾਥਰੂਮ ਜਾਣਾ ਆ, ਨਹੀਂ ਮੈਂ ਇੱਥੇ ਹੀ ਕਰ ਦਾਂਗਾ। ਉਹ ਮੈਸ ਸੀਗਾ ਉਹਨਾਂ ਦੀ। ਉਹਨੇ ਕਿਹਾ ਚੱਲ 2 ਮਿੰਟ ਬਾਹਰ ਕੱਢ ਦਿੰਦੇ ਆ। ਉਹਨੇ ਮੈਨੂੰ ਬਾਹਰ ਕੱਢਿਆ, ਤੇ ਅੱਗੇ ਗੁਰਦੇਵ ਸਿੰਘ ਸਿੱਧੂ MLA ਜਿਹੜਾ ਸੀ, ਉਹਨੇ ਰੌਲਾ ਪਾਤਾ ਵੀ ਬੰਦਾ ਸਾਡਾ ਛੱਡੋ ਤੇ ਜਾਂ ਤੁਸੀਂ ਪੇਸ਼ ਕਰੋ। ਫਿਰ ਇਹਨਾਂ ਨੇ ਮੈਨੂੰ ਅਗਲੇ ਦਿਨ ਕਾਹਲੀ ਨਾਲ ਇੱਕ ਪਿਸਟਲ ਪਾ ਕੇ ਪੇਸ਼ ਕਰਕੇ ਮੈਨੂੰ ਇਹਨਾਂ ਨੇ ਸੰਗਰੂਰ ਜੇਲ੍ਹ 'ਚ ਭੇਜਿਆ, ਜਿੱਥੇ ਫਿਰ ਮੇਰੀ ਮੁਲਾਕਾਤ ਹੁੰਦੀ ਆ ਭਾਈ ਗੁਰਦੇਵ ਸਿੰਘ ਕੌਂਕੇ ਨਾਲ, ਜਥੇਦਾਰ ਜਿਹੜੇ ਸਨ ਅਕਾਲ ਤਖਤ ਸਾਹਿਬ। ਤੇ ਮੈਨੂੰ ਦਿਉੜੀ 'ਚ ਚੁੱਕ ਕੇ ਜਿਹੜਾ ਆ, ਮੈਂ ਤੁਰ ਕੇ ਨਹੀਂ ਗਿਆ। ਜਦੋਂ 4 ਦਿਨ CIA ਲਿਜਾ ਕੇ ਇਹਨਾਂ ਨੇ ਮੈਨੂੰ ਇੰਟਰੋਗੇਟ ਕੀਤਾ, ਉਸ ਤੋਂ ਬਾਅਦ ਤੇ ਇੰਟਰੋਗੇਟ ਪਹਿਲਾਂ ਇੰਨਾ ਕੀਤਾ ਸੀ ਕਿ ਮੇਰੇ ਆ ਜਿਹੜੇ ਥਾਂ ਸਨ ਇੱਥੇ ਰੇਸ਼ਾ ਪੈ ਗਿਆ ਸੀ। 15 ਸਾਲ ਦੀ ਉਮਰ ਸੀ ਉਹ? ਹਾਂਜੀ, ਮੇਰੇ ਇੱਥੇ ਰੇਸ਼ਾ ਪੈ ਗਿਆ ਸੀ। ਮੈਨੂੰ ਚੁੱਕ ਕੇ ਸੰਗਰੂਰ ਜੇਲ੍ਹ ਦੇ ਵਿੱਚ ਲੈ ਗਏ। ਕੁੱਟਦੇ ਕਿਵੇਂ ਸੀ ਉਦੋਂ ਉਹ? ਇੱਕੋ ਹੀ ਜਿਹੜਾ ਅਸਲ ਤੇ ਵੀ ਜਿਨ੍ਹਾਂ ਨੂੰ ਨਹੀਂ ਪਈ ਉਹ ਤਾਂ ਹੁਣ ਪਤਾ ਨਹੀਂ ਕਿਹੜੇ ਤਰੀਕੇ ਨਾਲ ਦੱਸਦੇ ਹੋਣਗੇ, ਪਰ ਜਿਹੜੀ ਖਾੜਕੂ ਨੂੰ ਕੁੱਟ ਪੈਂਦੀ ਸੀ, ਨਾ ਤਾਂ ਉਹ ਪਟਾ ਤੇ ਨਾ ਹੀ ਕੋਈ ਹੱਥ ਮੁੱਕੀ ਹੁੰਦੀ ਸੀ। ਡਾਂਗ, ਚੱਡੇ ਪਾੜਨੇ ਤੇ ਕਰੰਟ ਲਾਉਣਾ, 3 ਵੱਡੇ ਜਿਹੜੇ ਸੀਗੇ, ਤੇ ਘੋਟਾ ਲਾਉਣਾ। ਤੇ ਜਦੋਂ
ਤੁਹਾਨੂੰ ਬਿਲਕੁਲ ਇਸ ਡਿਗਰੀ ਤੇ ਲੱਤਾਂ ਤੁਹਾਡੀਆਂ ਲੈ ਆਉਂਦੇ ਆ ਤੇ ਉਹ ਕੀ ਕਰਦੇ ਕਿ ਵਾਲ ਜਿਹੜੇ ਕੇਸ ਫੜ ਕੇ ਪਿੱਛੇ ਗੋਡਾ ਲਾ ਲੈਂਦੇ ਆ ਤੇ ਆਮ ਤੌਰ ਤੇ ਲੋਕਾਂ ਨੇ ਐ ਹੁੰਦਾ ਕਿ ਪੁੱਠਾ ਟੰਗਦੇ ਨੇ ਬੰਦੇ ਨੂੰ ਤੇ ਲੱਤਾਂ ਵਾਲੇ ਪਾਸੋਂ ਸ਼ਾਇਦ ਟੰਗਦੇ ਹੋਣਗੇ ਜਾਂ ਇਦਾਂ ਦੀ ਕੋਈ ਗੱਲ ਹੁੰਦੀ ਹੋਊਗੀ ਜਦੋਂ ਕਹਿੰਦੇ ਨੇ ਪੁੱਠਾ ਟੰਗ ਦਿੰਦੇ ਨੇ ਬੰਦੇ ਨੂੰ। ਪੁੱਠਾ ਟੰਗਣ ਦਾ ਜਿਹੜਾ ਤਰੀਕਾ ਹੈ ਉਹ ਆ ਜਿਹੜੀਆਂ ਦੋਵੇਂ ਇੱਥੋਂ ਬੰਨ੍ਹ ਲੈਣੀਆਂ, ਇੱਥੋਂ ਰੱਸਾ ਉਹਨਾਂ ਨੇ ਖਿੱਚਣਾ ਹੈ ਉੱਤੇ, ਬਾਹਾਂ ਜਿਹੜੀਆਂ ਉੱਤੇ ਨੂੰ ਨਿਕਲਦੀਆਂ ਬੰਦੇ ਦੀਆਂ, ਜਿਹਦਾ ਭਾਰ ਹੌਲਾ ਉਹਦੇ ਨਾਲ ਥੱਲੇ ਇੱਟਾਂ ਵੀ ਬੰਨ੍ਹ ਦਿੰਦੇ ਸੀ ਪੈਰਾਂ ਨੂੰ ਤੇ ਉੱਤੇ ਬੰਨ੍ਹ ਕੇ ਫਿਰ ਥੱਲੇ ਡਾਂਗਾ ਮਾਰਦੇ ਪੈਰਾਂ 'ਚ। ਅੱਛਾ। ਤੇ ਜਾਂ ਫਿਰ ਇਹਨਾਂ ਨੇ ਉੱਤੇ ਬੰਦੇ ਦੇ ਬਹਿ ਜਾਣਾ, ਪਿੱਛੋਂ ਲੱਤਾਂ ਇਸ ਤਰ੍ਹਾਂ ਕਰਕੇ ਪੈਰ ਉੱਪਰ ਨੂੰ ਕਰਕੇ ਤੇ ਫਿਰ ਤਲੀਆਂ 'ਚ ਉੱਤੋਂ ਡਾਂਗਾ ਮਾਰੇ। ਉਹ ਜਿਹੜੀ ਤਲੀ 'ਚ ਡੰਗ ਵੱਜਦੀ ਉਹ ਸਾਰਾ ਅਸਰ ਜਿਹੜਾ ਦਿਮਾਗ ਤੇ ਸਿੱਧਾ ਤੇ ਫਿਰ ਜਿਹੜੇ ਵੀ ਲੱਗਿਆ ਤੁਹਾਨੂੰ ਕਰੰਟ ਤਾਂ ਮਤਲਬ ਇੰਨਾ ਕੁ ਉਦੋਂ ਇਹ ਗੱਲਾਂ ਜਿਹੜੀਆਂ ਨਾ ਜੀ ਉਦੋਂ ਇੱਕ ਗੱਲ ਹੁੰਦੀ ਵੀ ਮਰ ਗਿਆ ਤਾਂ ਮਰ ਗਿਆ, ਬਚ ਗਿਆ ਤੇ ਬਚ ਗਿਆ, ਇਸ ਤਰੀਕੇ ਨਾਲ ਬੰਦੇ ਦੀ ਇੰਟਰੋਗੇਟ ਹੁੰਦੀ ਸੀ। ਹੁਣ ਵਾਂਗੂ ਜਿਹੜਾ ਹੁੰਦੀ ਬੰਦੇ ਨੂੰ ਪੇਸ਼ ਕਰਨਾ ਉਹ ਤੇ ਮਰ ਗਿਆ ਬਚ ਗਿਆ ਤੇ ਬਚ ਗਿਆ। ਸੈਂਟਰਲ ਨੂੰ ਪਾਵਰਾਂ ਸਨ ਇਹਨਾਂ ਨੂੰ ਫੁੱਲ। ਉੱਥੇ ਫਿਰ ਇਹ ਗੁਪਤੰਗਾਂ ਤੇ ਜਿਹੜਾ ਕਰੰਟ ਲਾਉਂਦੇ ਸੀ ਬੰਦੇ ਦੇ ਉਹ ਬਹੁਤ ਜ਼ਿਆਦਾ ਹੀ ਪੇਨਫੁਲ ਹੁੰਦਾ ਸੀਗਾ ਬੇਹੱਦ, ਤੇ ਬੰਦੇ ਬੇਹੋਸ਼ ਹੋ ਜਾਣੇ। ਜਿੱਦਾਂ ਬੰਦੇ ਦੇ ਜਿਹੜਾ ਪਤਲਾ ਸਰੀਰ ਦਾ ਬੰਦਾ ਸੀ ਉਹਨੂੰ ਇੰਟਰੋਗੇਟ ਵੱਧ ਚੱਲਣੀ ਪੈਂਦੀ ਸੀ, ਬੇਹੋਸ਼ ਨਹੀਂ ਛੇਤੀ ਹੁੰਦਾ ਹੈਗਾ। ਇਹ ਕਾਰਨ ਸੀਗਾ। ਤਾਂ ਉੱਥੇ ਇੰਟਰੋਗੇਟ ਕਰਨ ਵਾਲੀਆਂ CIA ਦੇ ਵਿੱਚ ਇੱਥੇ 3 ਟੀਮਾਂ ਹੁੰਦੀਆਂ ਸੀ ਤੇ 3 ਟੀਮਾਂ ਨੇ 4-4 ਘੰਟੇ ਇੰਟਰੋਗੇਟ ਕਰਨਾ ਉਹਨਾਂ ਦਾ ਟਾਈਮ ਸੀਗਾ। 4 ਘੰਟੇ ਇੱਕ ਨੇ, 4 ਘੰਟੇ ਇੱਕ ਨੇ, 4 ਘੰਟੇ ਇੱਕ ਨੇ। ਤਾਂ ਉੱਥੇ ਬੀਬੀਆਂ ਦੀ ਇੰਟਰੋਗੇਟ ਵੀ ਉਹੀ ਕਰਦੇ ਹਨ ਤੇ ਬੰਦਿਆਂ ਦੀ ਇੰਟਰੋਗੇਟ ਵੀ ਉਹੀ ਕਰਦੇ ਸਨ। ਇੱਕ ਮਾਤਾ ਦਾ ਮੈਂ ਇੰਟਰਵਿਊ ਸੁਣਿਆ, ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮੇਰੇ ਗੁਪਤੰਗਾਂ ਦੇ ਵਿੱਚ ਮਿਰਚਾਂ ਤੱਕ ਪਾਤੀਆਂ, ਇਹ ਕੁਛ ਹੋਇਆ। ਬਿਲਕੁਲ ਸੱਚੋ ਸੱਚ। ਇਹ ਮੇਰੀ ਮਾਤਾ ਨੂੰ ਕਰੰਟ ਲਾਇਆ ਗਿਆ, ਮੇਰੀ ਮਾਤਾ ਦੀ 2 ਥਾਂ ਤੋਂ ਬਾਂਹ ਤੋੜ ਦਿੱਤੀ ਗਈ, ਮੇਰੀ 6 ਸਾਲ ਦੀ ਭਤੀਜੀ ਨੂੰ ਕੁੱਟਿਆ ਗਿਆ, ਸਿਰਫ 6 ਸਾਲ ਦੀ ਨੂੰ। ਮੇਰੇ ਫਾਦਰ ਨੂੰ ਰਾੜਾ ਮਾਰ ਕੇ ਕੁੱਟ ਕੇ ਤੇ ਉਹਨੂੰ ਸ਼ਹੀਦ ਕੀਤਾ ਘਿਓਰੇ ਪਿੰਡ ਦੇ ਟਿੱਬਿਆਂ 'ਚ। ਇਸ ਤਰ੍ਹਾਂ ਦੀਆਂ ਬੜੀਆਂ ਸਾਡੇ ਪਰਿਵਾਰਾਂ ਨਾਲ ਜਿਹੜੇ ਹਾਦਸੇ ਹੋਏ ਨੇ ਕਿ ਉਹਨੂੰ ਪੇਸ਼ ਕਰੋ, ਉਹਨੂੰ ਫੜਾਓ, ਜਾਂ ਕਿਤੇ ਕੋਈ ਸਾਡਾ ਮੁਕਾਬਲਾ ਹੋਏ ਨਾ ਉਹ 'ਚ ਪੁਲਿਸ ਮਰ ਜਾਣੀ, ਫਿਰ ਇਹਨਾਂ ਘਰਦਿਆਂ ਨੂੰ ਆ ਕੇ ਢਾਲਣਾ। ਫਿਰ 30/10/1992 ਨੂੰ ਸਾਡਾ ਘਰ ਨੂੰ ਇਹ ਅੱਗ ਲਾ ਦਿੰਦੇ ਨੇ, ਤੇਲ ਪਾ ਕੇ ਸਾਰਾ ਘਰ ਸਾੜ ਦਿੰਦੇ ਨੇ। ਤਾਂ ਇਹ ਘਟਨਾਵਾਂ ਮੈਂ ਪਹਿਲੀ ਵਾਰੀ ਤੁਹਾਡੇ ਨਾਲ ਸ਼ੇਅਰ ਕਰਨ ਡਿਆ ਕਿ ਸਾਡੇ ਨਾਲ ਕੀ ਹੋਇਆ। ਵੈਸੇ ਕਦੀ ਵੀ ਇਸ ਕਰਕੇ ਨਹੀਂ ਕਹੀਦੀ ਇਹ ਗੱਲ ਕਿ ਸਾਡੇ ਨਾਲ ਕੀ ਹੋਇਆ, ਕਿਉਂਕਿ ਬਹੁਤ ਲੋਕਾਂ ਨਾਲ ਹੋਇਆ। ਉਹ ਕਿਤੇ ਮੇਰੇ ਇਕੱਲੇ ਨਾਲ ਨਹੀਂ ਹੋਇਆ, ਮੇਰੇ ਸਮੇਤ ਬਹੁਤ ਲੋਕਾਂ ਨਾਲ ਹੋਇਆ। ਇੰਨੇ ਨਾ ਇਹਨਾਂ ਨੇ ਬਜ਼ੁਰਗ ਵੇਖਿਆ, ਨਾ ਇਹਨਾਂ ਨੇ ਜਵਾਨ ਵੇਖਿਆ, ਨਾ ਇਹਨਾਂ ਨੇ ਧੀ ਵੇਖੀ, ਨਾ ਇਹਨਾਂ ਨੇ ਨੂੰਹ ਕਿਸੇ ਦੀ ਵੇਖੀ। ਇਹਨਾਂ ਨੇ ਪਿਓ ਦੇ ਸਾਹਮਣੇ ਧੀਆਂ ਨੂੰ ਨੰਗੀਆਂ ਕੀਤਾ, ਸਹੁਰਿਆਂ ਦੇ ਸਾਹਮਣੇ ਨੂੰਹਾਂ ਨੂੰ ਨੰਗੀਆਂ ਕੀਤਾ, ਸਹੁਰਿਆਂ ਤੋਂ ਨੂੰਹਾਂ ਦੇ ਕੱਪੜੇ ਲਵਾਏ। ਇਹ ਕੁਛ ਪੰਜਾਬ ਪੁਲਿਸ ਨੇ ਸਾਡੇ ਨਾਲ ਕੀਤਾ ਆ, ਜਿਹਨੂੰ ਕਿ ਕਹਿੰਦੇ ਨੇ ਕਿ ਪੰਜਾਬ ਪੁਲਿਸ। ਮੈਂ ਇਹ ਬੜੇ ਦੁੱਖ ਨਾਲ ਕਹਿਣਾ, ਅੰਗਰੇਜ਼ਾਂ ਦੇ ਸਮੇਂ ਵੀ ਪੰਜਾਬ ਪੁਲਿਸ ਨੇ ਸਾਡੇ ਨਾਲ ਇਹੀ ਕੁਝ ਕੀਤਾ ਸੀ। ਜਦੋਂ ਬੱਬਰ ਅਕਾਲੀ ਲਹਿਰ ਚੱਲੀ ਆ, ਜਦੋਂ ਨਕਸਲਾਈਟ ਮੂਵਮੈਂਟ ਚੱਲੀ ਆ, ਉਦੋਂ ਵੀ, ਤੇ ਜਦੋਂ ਸਾਡਾ ਦੌਰ ਆਇਆ ਉਦੋਂ ਵੀ। ਤੁਸੀਂ ਸੋਚ ਨਹੀਂ ਸਕਦੇ, ਅੰਮ੍ਰਿਤਧਾਰੀ ਬੰਦੇ, ਦਾੜਿਆਂ ਵਾਲੇ ਬੰਦੇ ਵੀ ਗੁੱਤਾਂ ਤੋਂ ਫੜ ਕੇ ਘੜੀਸ ਕੇ ਸਾਡੇ ਪਰਿਵਾਰਾਂ ਨੂੰ ਇਹ ਲੈ ਕੇ ਜਾਂਦੇ ਹੁੰਦੇ ਸੀ। ਰੇਪ ਵੀ ਕੀਤੇ ਖੜਕੂ ਸਿੰਘਾਂ ਦੀਆਂ ਭੈਣਾਂ ਦੇ, ਮਾਵਾਂ ਦੇ, ਬਹੁਤ ਜ਼ਿਆਦਾ। ਔਰ ਰੇਪ ਕਰਕੇ ਇਹਨਾਂ ਨੇ ਕਹਿਣਾ ਕਿ ਖਾੜਕੂ ਕਰ ਗਏ ਨੇ। ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਨੇ ਸਿਵਲ ਡਰੈਸ 'ਚ ਜਾਣਾ, ਦਾੜੇ ਖੋਲ੍ਹ ਕੇ ਉੱਤੋਂ ਇਹਨਾਂ ਕਿਰਪਾਨਾਂ ਪਾੜਨੀਆਂ, ਸਾਡੀਆਂ ਧੀਆਂ ਭੈਣਾਂ ਨਾਲ, ਸਾਡੀਆਂ ਪਰਿਵਾਰਾਂ 'ਚ ਜਾ ਕੇ ਸਾਡੀਆਂ ਠਹਿਰਾਂ ਦੇ ਉੱਤੇ ਇਹਨਾਂ ਨੇ ਕੁੜੀਆਂ ਨਾਲ ਰੇਪ ਕਰਨੇ, ਤਾਂ ਫਿਰ ਇਹਨਾਂ ਨੇ ਕਹਿਣਾ ਵੀ ਖਾੜਕੂ ਕਰਕੇ ਗਏ ਨੇ। ਇਹ ਵੀ ਗੱਲ ਸਾਡੇ ਤੇ ਦੋਹਰੀ ਸਾਨੂੰ ਮਾਰ ਪਈ। ਕਾਰਨ ਸਾਡੇ ਕੋਲ ਨਾ ਤਾਂ ਪ੍ਰੈਸ ਸੀ, ਨਾ ਆਹ ਯੁੱਗ ਸੀ ਜਿਹਦੇ ਵਿੱਚ ਅਸੀਂ ਆਪਣੀ ਗੱਲ ਲੋਕਾਂ ਤੱਕ ਰੱਖ ਸਕੀਏ। ਅਸੀਂ ਤਾਂ ਖੁਦ ਲੁੱਕ ਰਹਿੰਦੇ ਹਾਂ। ਆਰਮੀ ਲੱਗੀ, ਚੱਪੇ ਤੇ ਪੁਲਿਸ ਸੀਗੀ, ਤੇ ਹਰ ਬੰਦਾ ਸ਼ਿਕਾਰੀ ਸੀਗਾ ਉਦੋਂ ਮੂਵਮੈਂਟ ਦਾ ਕਿ ਸ਼ਿਕਾਰ ਖੇਡ ਲਓ, ਇਨਾਮ ਰੱਖ ਦਿੱਤੇ, ਕਰੋੜਾਂ ਨਾਮ ਖਾੜਕੂਆਂ ਦੇ, 50 ਲੱਖ ਨਾਮ। ਫਿਰ ਇਨਾਮ ਇੱਕ ਡਿਕਲੇਅਰ ਕਰਨਾ, ਇੱਕ ਹੋਰ ਲਾਲਚ ਦੇਣੇ, ਕਿਸੇ ਨੂੰ ਭਰਤੀ ਕਰ ਲਿਆ, ਕਿਸੇ ਨੂੰ ਕੋਠੀ ਲੈ ਦਿੱਤੀ, ਕਿਸੇ ਨੂੰ ਕੁਛ ਕਰਤਾ। ਹਕੂਮਤ ਨੇ ਹਰ ਹੀਲਾ ਵਰਤਿਆ ਯੋਧਿਆਂ ਨੂੰ ਫੜਨ ਲਈ ਤੇ ਸ਼ਹੀਦ ਕਰਨ ਲਈ। ਤਾਂ ਇਸ ਮੂਵਮੈਂਟ ਦੇ ਵਿੱਚ ਇੰਤਹਾ ਹੋਈ ਆ ਜ਼ੁਲਮ ਦੀ। ਮੈਂ ਕਹਿੰਦਾ ਲੈਟਰਿੰਗ ਵਾਲੇ ਥਾਂ ਤੇ ਡੰਡੇ ਤੁੰਨ ਕੇ ਬੰਦਿਆਂ ਨੂੰ ਮਾਰਿਆ ਗਿਆ, ਗੁਪਤੰਗ ਕੱਟ ਦਿੱਤੇ ਗਏ, ਗੁਪਤੰਗਾਂ ਦੇ ਵਿੱਚ ਬਾਜ ਪਾ ਕੇ ਕਰੰਟ ਲਾਏ ਗਏ। ਕੀ ਨਹੀਂ ਇਹਨਾਂ ਨੇ ਕੀਤਾ ਹੈਗਾ ਜਿਹੜਾ ਬਿਆਨ ਨਹੀਂ ਹੋ ਸਕਦਾ। ਅੱਜ ਵੀ ਜਦੋਂ ਸਾਨੂੰ ਕੋਈ ਕਹਿੰਦਾ ਆ ਉੱਠ ਕੇ, ਬਹੁਤ ਲੋਕ ਕਹਿੰਦੇ ਨੇ ਕਿ ਇਹ ਤਾਂ ਪੈਸੇ ਲਈ ਵੀਡੀਓ ਪਾਉਂਦੇ ਨੇ, ਕੋਈ ਕਹਿੰਦਾ ਇਹਨਾਂ ਕੋਲ ਪੈਸੇ ਬੜੇ ਨੇ, ਕੋਈ ਕਹਿੰਦਾ ਇਹ ਸ਼ਾਨ ਦੀ ਜ਼ਿੰਦਗੀ ਜਿਉਣ ਡੇ ਨੇ, ਕੋਈ ਕਹਿੰਦਾ ਇਹ ਪੁਲਿਸ ਦੇ ਟਾਊਟ ਨੇ। ਹਰ ਗੱਲ ਅਸੀਂ ਆਪਣੇ ਜਿਹੜੀ ਦਿਮਾਗ ਜਦੋਂ ਸੋਚਦੇ ਤਾਂ ਰਾਤ ਨੂੰ ਨੀਂਦ ਨਹੀਂ ਪੈਂਦੀ ਬਈ ਸਾਡੀ ਕੌਮ ਤੇ ਕਿਵੇਂ ਦਾ ਵਕਤ ਆ ਗਿਆ ਕਿ ਉਹ ਆਪਣੇ ਤੇ ਹੋਈ ਜ਼ੁਲਮ ਤੇ ਆਪਣੇ ਭਰਾਵਾਂ ਤੇ ਹੋਈ ਜ਼ੁਲਮ ਨੂੰ ਹੀ ਭੁੱਲ ਗਏ ਨੇ ਤੇ ਉਹਨਾਂ ਨੂੰ ਹੀ ਟਾਰਗੇਟ ਕਰਨ ਰਹੇ ਨੇ ਹਰ ਰੋਜ਼
ਇਹ ਗੱਲ ਸਭ ਤੋਂ ਵੱਧ ਪੇਨਫੁਲ ਆ ਕਿ ਆਪਣੇ ਹੀ ਸਾਡੇ ਤੇ ਸਾਨੂੰ ਟਾਰਗੇਟ ਕਰਦੇ ਨੇ। ਸੰਤਾਂ ਤੋਂ ਲੈ ਕੇ ਤਾਂ ਇਸ ਮੂਵਮੈਂਟ ਤੱਕ ਹਰ ਬੰਦੇ ਨੂੰ ਆਪਣਿਆਂ ਨੇ ਟਾਰਗੇਟ ਬਹੁਤ ਕੀਤਾ। ਬਗਾਨਿਆਂ ਦਾ ਤਾਂ ਦੁੱਖ ਹੀ ਨਹੀਂ, ਉਹ ਤਾਂ ਦੁਸ਼ਮਣ ਨੇ, ਉਹਨਾਂ ਨੇ ਤੇ ਸਾਨੂੰ ਬਹੁਤ ਕੁਝ ਕਹਿਣਾ ਆ, ਬੜੀਆਂ ਸਾਨੂੰ ਫੀਤੀਆਂ ਲਾਉਣੀਆਂ ਨੇ ਹਰ ਰੋਜ਼। ਤੁਹਾਡੇ ਤੋਂ ਨਿਰਦੋਸ਼ੇ ਵੀ ਮਾਰੇ ਗਏ ਜੀ ਬਿਲਕੁਲ, ਅਫਸੋਸ ਹੈ ਇਸ ਗੱਲ ਦਾ, ਬਹੁਤ ਵੱਡਾ ਅਫਸੋਸ ਹੈ। ਤੇ ਅਸੀਂ ਉਸੇ ਸਮੇਂ ਅਖਬਾਰਾਂ 'ਚ ਬਿਆਨ ਦੇ ਕੇ, ਉਦੋਂ ਸਾਡੇ ਬਿਆਨ ਅਜੀਤ ਅਖਬਾਰ 'ਚ ਜਾਂ ਅੱਜ ਦੀ ਆਵਾਜ਼ ਦੇ ਵਿੱਚ ਸਾਡੇ ਲੱਗਦੇ ਹੁੰਦੇ ਸੀ। ਅਸੀਂ ਸਮੂਹਕ ਤੌਰ ਤੇ ਆਪਣੀ ਜਥੇਬੰਦੀ ਤੌਰ ਦੇ ਉੱਤੇ ਮਾਫੀਆਂ ਵੀ ਮੰਗੀਆਂ ਨੇ ਜਿਹੜੀਆਂ ਸਾਡੇ ਤੋਂ। ਤੇ ਇਹ ਨਹੀਂ ਕਿ ਅਸੀਂ ਬੰਦਾ ਮਾਰਤਾ, ਅਸੀਂ ਕਹਿਤਾ ਸਾਡੇ ਤੋਂ ਗਲਤੀ ਹੋ ਗਈ। ਐਕਸੀਡੈਂਟਲੀ ਬੰਦੇ ਮਾਰੇ ਗਏ ਨੇ ਕਈ, ਜਿੱਦਾਂ ਮੰਨ ਲਓ ਕਿ ਅਰਨ ਕੁਮਾਰ ਵੈਦਿਆ ਨੂੰ ਮਾਰਿਆ ਤੇ ਉਹਦੀ ਪਤਨੀ ਦੇ ਗੋਲੀਆਂ ਲੱਗ ਜਾਣ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੋਈਆਂ ਨੇ। ਬਹੁਤ ਸਾਰੇ ਹਿੰਦੂ ਪਰਿਵਾਰ ਐਸੇ ਨੇ ਪੰਜਾਬ 'ਚ ਜੋ ਇਹ ਦਾਅਵਾ ਕਰਦੇ ਹੈ ਕਿ ਸਾਡਿਆਂ ਨੂੰ ਨਿਹੱਥਿਆਂ ਨੂੰ ਮਾਰ ਦਿੱਤਾ ਗਿਆ ਖਾੜਕੂਆਂ ਦੇ ਵੱਲੋਂ। ਇਹ ਗੱਲ ਜਿਹੜੀ ਆ, ਇਹ ਮੈਂ ਤੁਹਾਨੂੰ ਇਸ ਗੱਲ ਦਾ ਮੈਂ ਦਾਅਵਾ ਕਰਦਾ ਕਿ ਇਹ ਗੱਲ ਜਿਹੜੀ ਆ ਬਹੁਤ ਵੱਡਾ ਇੱਕ ਅਡੰਬਰ ਤੇ ਝੂਠ ਰਚਿਆ ਗਿਆ ਸੀ ਮੂਵਮੈਂਟ ਨੂੰ ਬਦਨਾਮ ਕਰਨ ਲਈ। ਜੇ ਸਾਡੀਆਂ ਧੀਆਂ ਨਾਲ ਆ ਕੇ ਖਾੜਕੂ ਬਣ ਕੇ ਬਲਾਤਕਾਰ ਕਰ ਸਕਦੇ ਨੇ ਤੇ ਇਹ ਖਾੜਕੂ ਬਣ ਕੇ ਬੱਸਾਂ 'ਚ ਗੋਲੀ ਕਿਉਂ ਨਹੀਂ ਚਲਾ ਸਕਦੇ ਹੈਗੇ? ਕਿਉਂਕਿ ਸੈਂਟਰ ਦੇ ਸਮਝ ਤੋਂ ਬਾਹਰ ਹੋ ਗਿਆ। NSG ਵਰਗੀ ਫੋਰਸ ਇੱਥੋਂ ਫੇਲ ਹੋ ਕੇ ਚਲੀ ਗਈ। ਸੋ ਇਹਨਾਂ ਦੇ ਹੱਥ ਪੱਲੇ ਕੁਝ ਲੱਗ ਨਹੀਂ ਸੀ ਰਿਹਾ। ਜਿਹੜੀ ਲੋਕਲ ਬਾਡੀ ਸੀ ਜਿੰਨੀ ਵੀ, ਉਹ ਖਾੜਕੂਆਂ ਨਾਲ ਲੜ ਨਹੀਂ ਸੀ ਰਹੀ। ਫਿਰ ਇਹਨਾਂ ਨੇ ਤਰੀਕਾ ਆਰੰਭਿਆ ਕਿ ਇਹਨਾਂ ਨੇ ਪੂਲੇ ਰਾਹੀਂ ਜਟਾਣੇ ਦਾ ਪਰਿਵਾਰ ਜਿਹੜਾ ਸੀ, ਭਾਈ ਜੋਗਾ ਸਿੰਘ ਖਾਨਪੁਰ ਦਾ ਪਰਿਵਾਰ ਜਿਹੜਾ ਸੀ, ਉਹਨੂੰ ਸ਼ਹੀਦ ਕਰਵਾਇਆ ਤੇ ਉਹ ਲਾਲਾ ਕੀਤੀ ਵੀ ਪੁਲਿਸ ਨੇ ਮਾਰਿਆ। ਤਾਂ ਉਹਦੇ 'ਚ ਫਿਰ ਇਹਨਾਂ ਨੇ ਇੱਕ ਫੇਕ ਲੈਟਰ ਬੱਬਰਾਂ ਦੇ ਨਾਂ ਦੇ ਉੱਤੇ ਇੱਕ ਅਖਬਾਰ ਦੇ ਵੀ ਇਸ਼ਤਿਹਾਰ ਦਿੱਤਾ ਕਿ ਬੱਬਰ ਖਾਲਸਾ ਦੇ ਜਿੰਨੇ ਵੀ ਖਾੜਕੂ ਯੋਧੇ ਨੇ, ਕਮਾਂਡਰ ਨੇ, ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪੁਲਿਸ ਪਰਿਵਾਰਾਂ ਨੂੰ ਮਾਰਿਆ ਜਾਵੇ, ਜਦੋਂ ਕਿ ਇੱਦਾਂ ਦਾ ਕੋਈ ਪ੍ਰਮਾਣ ਜਾਰੀ ਨਹੀਂ ਸੀ ਹੋਇਆ। ਮੈਂ ਇਸ ਗੱਲ ਦਾ ਦਾਅਵਾ ਕਰਨਾ ਕਿ ਮੈਂ ਉੱਪਰਲੇ ਲੈਵਲ ਤੇ ਜਿੰਨੇ ਵੀ ਸਾਡੇ ਜਰਨੈਲ ਨੇ, ਮੈਂ ਸਾਰਿਆਂ ਨਾਲ ਵਿਚਰਿਆ, ਸਾਰਿਆਂ ਨਾਲ ਮੇਰੀ ਗੱਲ ਹੋਈ ਆ, ਕਦੀ ਵੀ ਇੱਦਾਂ ਦਾ ਕੋਈ ਫਰਮਾਨ ਜਾਰੀ ਨਹੀਂ ਹੋਇਆ ਕਿ ਪੁਲਿਸ ਪਰਿਵਾਰ ਮਾਰੇ ਜਾਣ। ਪਰ ਉਹ ਲੈਟਰ ਜਿਹੜਾ ਸੀ, ਜਦੋਂ ਉਹ ਅੱਗ ਵਾਂਗੂ ਫੈਲ ਗਿਆ ਤੇ ਸਾਡੇ ਵਿੱਚ ਇੱਕ ਮੰਨ ਲਓ ਕਮਾਂਡਰ ਟਾਈਪ ਬੰਦੇ, ਇੱਕ ਜਿਹੜੇ ਸਿਪਾਹੀ ਨੇ ਜਿਨ੍ਹਾਂ ਨੇ ਸਿਰਫ ਐਕਸ਼ਨ ਕਰਨਾ ਆ, ਤਾਂ ਕਈ ਵਾਰੀ ਬਹੁਤੀ ਸੁਰਤ ਨਹੀਂ ਹੁੰਦੀ ਤੇ ਸਾਡਾ ਤਾਲਮੇਲ ਆਪੇ ਜਿਹੜਾ ਹੈ ਉਹ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ, ਕਿਉਂਕਿ ਰੂਹ ਕੁਛ ਬੰਦਿਆਂ ਦਾ ਤਾਲਮੇਲ ਬਹੁਤ ਘੱਟ ਹੁੰਦਾ ਸੀ। ਬਹੁਤ ਘੱਟ ਮੀਟਿੰਗਾਂ ਹੋਣੀਆਂ, ਬਹੁਤ ਕਈ ਗੱਲ ਕਰਦਿਆਂ ਨੂੰ ਮਹੀਨੇ ਲੱਗ ਜਾਂਦੇ ਨੇ ਕਈ ਵਾਰੀ। ਇਹ ਗੱਲ ਨੂੰ ਸਮਝਾਉਂਦਿਆਂ ਹੀ ਇੰਨਾ ਨੁਕਸਾਨ ਹੋ ਗਿਆ ਕਿ ਜਿਹਨੂੰ ਅੱਜ ਤੱਕ ਭਰਪਾਈ ਨਹੀਂ ਹੋ ਸਕਦੀ, ਕਿ ਬੰਦਿਆਂ ਨੇ ਚੁੱਕ ਕੇ ਪਰਿਵਾਰ ਕਈ ਪੁਲਿਸ ਪਰਿਵਾਰ ਮਾਰ ਦਿੱਤੇ ਇਸ ਗੱਲ ਕਰਕੇ ਕਿ ਸਾਨੂੰ ਆਦੇਸ਼ ਆ ਗਿਆ ਕਿ ਜਟਾਣੇ ਦਾ। ਤੇ ਕਿਉਂਕਿ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦੇ ਜਿਹੜੇ ਹਾਲਾਤ ਹੋਏ ਸਨ, ਉਹ ਕੋਈ ਵੀ ਬੰਦਾ ਵੇਖ ਕੇ ਰੂਹ ਕੰਬ ਜੂਗੀ ਕਿ ਦੁੱਧ ਪੀਂਦੇ ਬੱਚੇ ਨੂੰ ਵੀ ਗੋਲੀਆਂ ਉਹਨਾਂ ਨੇ ਮਾਰ ਦਿੱਤੀਆਂ ਗਈਆਂ। ਤੇ ਇਹੋ ਜਿਹਾ ਮੰਜ਼ਰ ਸੀਗਾ ਉਹ। ਫਿਰ ਜਟਾਣੇ ਦਾ ਜਿਹੜਾ ਪਰਿਵਾਰ ਸੀ, ਉਹਨਾਂ ਨੂੰ ਵਿੱਚ ਹੀ ਅੱਗ ਲਾ ਦਿੱਤੀ ਗਈ। ਇੱਕ ਇੰਨਾ ਬੁਰੀ ਤਰ੍ਹਾਂ ਉਸ ਪਰਿਵਾਰ ਨੂੰ ਸਾੜਿਆ ਗਿਆ, ਵਿੱਚ ਹੀ ਅੱਗ ਲਾ ਦੇ। ਉਹ ਮੰਜ਼ਰ ਵੇਖ ਕੇ ਹਰ ਬੰਦੇ ਦੀ ਰੂਹ ਕੰਬ ਗਈ ਤੇ ਬਹੁਤ ਬੱਚੇ ਜਿਹੜੇ ਸਾਡੇ ਤੋਂ ਨਵੇਂ ਸਨ, ਉਹਨਾਂ ਦੇ ਮਨ 'ਚ ਬਦਲੇ ਦੀ ਭਾਵਨਾ ਵੀ ਆਈ ਪਈ ਆ, ਇਹ ਸਾਡੇ ਨਾਲ ਕੀ ਹੋਇਆ। ਉਸ ਜਿਹੜਾ ਛਿਅੰਤਰ ਸੀ, ਉਹਦੇ ਵਿੱਚ ਸੈਂਟਰ ਗਵਰਨਮੈਂਟ ਕਾਮਯਾਬ ਹੋ ਗਈ। ਉਹਦੇ 'ਚ ਕਾਮਯਾਬ ਹੋਈ ਤਾਂ ਸਾਨੂੰ ਉਹ 'ਚ ਹਾਰ ਹੋਈ ਬਹੁਤ ਵੱਡੀ, ਕਿ ਆਪੇ ਵਿੱਚ ਲੋਕਲ ਜਿਹੜੀ ਪੁਲਿਸ ਸੀਗੀ ਜਾਂ ਲੋਕਲ ਅਫਸਰ ਸਨ ਜਿਹੜੇ, ਉਹਨਾਂ ਨੂੰ ਇਹ ਹੋ ਗਿਆ ਕਿ ਸਾਨੂੰ ਮਾਰਨ ਲੱਗ ਗਏ ਨੇ, ਤੇ ਸਾਨੂੰ ਇਹ ਹੋ ਗਿਆ ਸਾਡੇ ਪਰਿਵਾਰਾਂ ਨੂੰ ਮਾਰਨ ਲੱਗ ਗਏ ਨੇ। ਇਹ ਗੱਲ ਨੇ ਜਿਹੜੀ ਉੱਪਰਲੇ ਲੈਵਲ ਤੇ 5% ਖਾੜਕੂ ਜਰਨੈਲ ਤੇ ਖਾੜਕੂਆਂ ਨੂੰ ਸਮਝ ਸੀਗੀ ਵੀ ਸਾਡੇ ਨਾਲ ਇਹ ਬਹੁਤ ਵੱਡਾ ਭਾਣਾ ਵਾਪਰ ਗਿਆ, ਪਰ ਥਰਡੇ ਲੈਵਲ ਤੇ ਇਹ ਗੱਲ ਜਾਂਦਿਆਂ ਹੀ ਸਾਲ ਲੱਗ ਗਏ ਤੇ ਉਹਨਾਂ ਚਿਰ ਨੂੰ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ। ਬਹੁਤ ਜਜ਼ਬਾਤ ਹੁੰਦੇ ਹੈ, ਲੰਮਾ ਸਮਾਂ ਸੰਘਰਸ਼ 'ਚ ਰਹਿਣ ਤੋਂ ਬਾਅਦ ਸਵਾਲ ਜਦੋਂ ਹੋਣ ਤਾਂ ਮਨ ਦੁਖੀ ਹੁੰਦਾ ਹੈ ਕਿ ਆਖਰ ਇੰਨਾ ਸਮਾਂ ਜਦੋਂ ਤੁਸੀਂ ਸੇਵਾ ਕਰਦੇ ਹੋ ਤਾਂ ਫਿਰ ਵੀ ਤੁਹਾਨੂੰ ਜਸਟੀਫਾਈ ਕਰਨਾ ਪੈਂਦਾ ਆਪਣੇ ਆਪ ਨੂੰ। ਪਰ ਬਾਬਾ ਬਖਸ਼ੀਸ਼ ਸਿੰਘ ਨੇ ਬਹੁਤ ਡਿਟੇਲ ਦੇ ਵਿੱਚ ਬਹੁਤ ਸਾਰੀਆਂ ਸਵਾਲਾਂ ਦੇ ਉੱਤੇ ਜਵਾਬ ਦਿੱਤੇ ਨੇ ਔਰ ਕੁਝ ਐਸੀਆਂ ਗੱਲਾਂ ਤੋਂ ਜਾਣੂ ਕਰਵਾਇਆ ਜੋ ਕੌਮ ਨੂੰ ਪਹਿਲਾਂ ਨਹੀਂ ਪਤਾ ਸੀ। ਇਸ ਪੇਸ਼ਕਸ਼ 'ਚ ਇੰਨਾ ਹੀ। ਕੈਮਰਾ ਪਰਸਨ ਗਗਨ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਔਨ ਏਅਰ।